ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਮਹਾਰਾਜ ਨੇ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਵਡਭਾਗੀ ਮਾਈ ਭਾਈ ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਗੁਰੂ ਪਾਤਸ਼ਾਹ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਪ੍ਰਸੰਗ ਲੜੀ ਤਹਿਤ ਕਥਾ ਚੱਲ ਰਹੀ ਹੈ, ਜੋ ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜੋ ਆਪਾਂ ਲੜੀ ਤਹਿਤ ਸਰਵਣ ਕਰਦੇ ਹਾਂ। ਕੱਲ ਚੌਥੇ ਮਹੱਲੇ ਦੇ ਤੀਜੇ ਘਰ ਦੀ ਕਥਾ ਜਿਹੜੀ ਹੈ ਉਹ ਸਰਵਣ ਕੀਤੀ ਕਿ ਕਿਵੇਂ ਮਹਾਰਾਜ ਨੇ ਭਾਈ ਤੀਰਥਾ ਜੋ ਸੱਭਰਵਾਲ ਗੋਤ ਦਾ ਖੱਤਰੀ ਹੈ, ਜਿਹਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਕਰਮ ਜਿਹੜੇ ਆ ਉਹਦਾ ਫਲ ਕਿਵੇਂ ਮਿਲਦਾ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ। ਫਿਰ ਗੁਰਸਿੱਖ ਬਿਸ਼ਨਦਾਸ ਮਾਣਕ ਚੰਦ ਔਰ ਭਾਈ ਪੂਰੋ ਜੀ ਇਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਦਿੱਤਾ, ਜੋ ਉਹਨਾਂ ਬੇਨਤੀ ਕੀਤੀ ਵੀ ਮਹਾਰਾਜ ਜਨਮ ਮਰਨ ਤੋਂ ਕਿਸ ਤਰ੍ਹਾਂ ਬਚ ਸਕੀਏ। ਮਹਾਰਾਜ ਕਹਿੰਦੇ ਭਾਈ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ, ਆਪਣੇ ਆਪ ਨੂੰ ਪਰਮੇਸ਼ਰ ਦੇ ਚਾਕਰ ਜਾਣੋ। ਫਿਰ ਜਿਹੜਾ ਕੋਈ ਮਾਲਕ ਦਾ ਚਾਕਰ ਬਣ ਜਾਂਦਾ, ਮਾਲਕ ਨੂੰ ਉਸ ਦੀ ਲਾਜ ਹੁੰਦੀ ਹੈ। ਤੋ ਇਸ ਤਰ੍ਹਾਂ ਪਰਮੇਸ਼ਰ ਗੁਰੂ ਨੂੰ ਆਪੇ ਲਾਜ ਹੈ ਤੁਹਾਡੀ, ਸਾਰਾ ਕੁਝ ਗੁਰੂ ਸਾਹਿਬ ਤੁਹਾਡਾ ਪੂਰਾ ਕਰੇਗਾ। ਤੋ ਇਹ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ ਹੈ। ਆਓ ਅੱਗੇ ਹੋਰ ਗੁਰਸਿੱਖਾਂ ਨੂੰ ਮਹਾਰਾਜ ਉਪਦੇਸ਼ ਦਿੰਦੇ। ਪ੍ਰੇਮ ਸਹਿਤ ਚੌਥੇ ਘਰ ਦਾ ਪ੍ਰਸੰਗ ਅੱਗੇ ਸਰਵਣ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਰਾਮਦਾਸ ਸ੍ਰੀ ਸਤਿਗੁਰੂ ਅੰਮ੍ਰਿਤ ਸਮ ਸਥਾਨ। ਸ੍ਰੀ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਅੰਮ੍ਰਿਤ ਸਮਾਨ ਉਹ ਸਥਾਨ ਜਿੱਥੇ ਸਤਿਗੁਰੂ ਬਿਰਾਜਦੇ ਹਨ। ਅੰਮ੍ਰਿਤ ਸਮ ਉਪਦੇਸ਼ ਦੇਹ ਅਮਰ ਸੋ ਕਰਤ ਜਨਾਨ। ਸਤਿਗੁਰੂ ਜੀ ਅੰਮ੍ਰਿਤ ਸਮ ਹੀ ਉਪਦੇਸ਼ ਦੇ ਰਹੇ ਹੈ। ਅੰਮ੍ਰਿਤ ਉਪਦੇਸ਼ ਦੇ ਕਰਕੇ ਆਪਣੇ ਸੇਵਕ ਜਨਾਂ ਨੂੰ ਅਮਰ ਕਰ ਰਹੇ ਹਨ। ਚੌਪਈ ਸਿੱਖ ਪਦਾਰਥ ਤਾਰੂ ਭਾਰੂ। ਇਹ ਨਾਮ ਹੈ ਸਿੱਖਾਂ ਦੇ। ਭਾਈ ਪਦਾਰਥ ਜੀ, ਭਾਈ ਤਾਰੂ ਜੀ, ਭਾਈ ਭਾਰੂ ਇਹ ਸਿੱਖ ਤਿੰਨੋਂ ਚੱਲ ਆਏ ਗੁਰਦੁਆਰੂ। ਤਿੰਨੇ ਗੁਰੂ ਸਾਹਿਬ ਦੇ ਦਰ ਤੇ ਚੱਲ ਕੇ ਆਏ ਹਨ। ਆਗੇ ਲਾਗਿਓ ਵੱਡ ਦੀਵਾਨ। ਅੱਗੇ ਵੱਡਾ ਦੀਵਾਨ ਸਜਿਆ ਹੈ। ਕਥਾ ਕੀਰਤਨ ਹੋਤ ਮਹਾਨ। ਮਹਾਨ ਬੇਅੰਤ ਕਥਾ ਕੀਰਤਨ ਹੋ ਰਿਹਾ ਹੈ। ਸੁਣ ਗੁਰ ਬਚਨ ਭਇਓਰ ਤਰਾਸ। ਗੁਰੂ ਸਾਹਿਬ ਦੇ ਬਚਨ ਸੁਣੇ ਹਨ ਤਾਂ ਬਚਨ ਸੁਣ ਕੇ ਇਹਨਾਂ ਦੇ ਅੰਦਰ ਹਿਰਦੇ ਵਿੱਚ ਤਰਾਸ, ਭੈ, ਡਰ ਪੈਦਾ ਹੋਇਆ। ਜੋ ਮਹਾਰਾਜ ਨੇ ਇਹ ਬਚਨ ਸੁਣਾਏ, ਭਾਈ ਸੰਸਾਰ ਤੋਂ ਤਰਨ ਵਾਸਤੇ ਯਤਨ ਕਰਨਾ ਚਾਹੀਦਾ ਹੈ। ਵਰਨਾ ਜੇ ਆਪਾਂ ਸੇਵਾ ਸਿਮਰਨ ਵਾਲਾ ਜੀਵਨ ਨਾ ਬਤੀਤ ਕੀਤਾ ਫਿਰ ਜਮਾਂ ਦੀ ਮਾਰ ਝੱਲਣੀ ਪੈਂਦੀ ਹੈ। ਇਸ ਤਰ੍ਹਾਂ ਦੇ ਬਚਨ ਗੁਰੂ ਪਾਤਸ਼ਾਹ ਜੀ ਦੇ ਸੁਣ ਕੇ ਇਹਨਾਂ ਦੇ ਹਿਰਦੇ ਅੰਦਰ ਭੈ ਪੈਦਾ ਹੋਇਆ ਹੈ। ਹਾਥ ਜੋੜ ਕੀਨੀ ਅਰਦਾਸ। ਇਹਨਾਂ ਹੱਥ ਜੋੜ ਕੇ ਅਰਦਾਸ ਕੀਤੀ। ਹਮ ਕੁਟੰਬ ਮਹਿ ਅਧਿਕ ਲਪੇਟੇ। ਮਹਾਰਾਜ ਅਸੀਂ ਤਾਂ ਆਪਣੇ ਕੁਟੰਬ ਵਿੱਚ ਹੀ ਬਹੁਤ ਲਪਾਏਮਾਨ ਹੋਏ ਹਾਂ। ਪੜਨ ਸੁਨਨ ਗੁਰ ਬਚਨਹਿ ਭੇਟੇ। ਤੇ ਇੰਨੇ ਗ੍ਰਸਤ ਹੋਏ ਆ ਪਰਿਵਾਰ ਦੇ ਕੰਮਾਂ ਧੰਦਿਆਂ ਮੋਹ ਵਿੱਚ। ਪੜਨ ਸੁਣਨਾ ਗੁਰੂ ਦੇ ਬਚਨਾਂ ਦੇ ਤਾਂ ਨੇੜੇ ਨਹੀਂ ਜਾਂਦੇ ਹਾਂ। ਸਤ ਸੰਗਤ ਨਾ ਹੋਏ ਕਿਸ ਬਾਰਾ। ਫਿਰ ਮਹਾਰਾਜ ਪਰਿਵਾਰ ਚ ਰਹਿੰਦੇ ਆ। ਕਿਸੇ ਸਮੇਂ ਸਾਤੋਂ ਤੇ ਸਤਸੰਗ ਹੀ ਨਹੀਂ ਹੁੰਦੀ ਹੈ। ਗੁਰ ਜੀ ਕੈਮ ਹੋਏ ਹਮ ਉਧਾਰਾ। ਹੇ ਸਤਿਗੁਰੂ ਜੀ ਕਿਰਪਾ ਕਰਕੇ ਇਹ ਦੱਸੋ ਵੀ ਸਾਡਾ ਉਧਾਰ ਕਿਵੇਂ ਹੋਵੇਗਾ। ਆਏ ਪਰੇ ਅਬ ਸਰਨ ਤੁਮਾਰੀ। ਹੁਣ ਮਹਾਰਾਜ ਭਾਈ ਪਦਾਰਥ ਜੀ, ਭਾਈ ਤਾਰੂ, ਭਾਈ ਭਾਰੂ ਕਹਿੰਦੇ ਅਸੀਂ ਤਾਂ ਮਹਾਰਾਜ ਤੁਹਾਡੀ ਸ਼ਰਨ ਵਿੱਚ ਆ ਪਏ ਹਾਂ। ਕਰੋ ਆਪ ਕਲਿਆਣ ਹਮਾਰੀ। ਸਾਡੀ ਮਹਾਰਾਜ ਕਲਿਆਣ ਕਰੋ, ਮੁਕਤੀ ਕਰੋ। ਰਾਮਦਾਸ ਗੁਰ ਗਿਰਾ ਬਖਾਨੀ। ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕਹੇ। ਵਾਹਿਗੁਰੂ ਸਿਰ ਜੈ ਜੇ ਪ੍ਰਾਨੀ। ਮਹਾਰਾਜ ਕਹਿੰਦੇ ਤੁਸੀਂ ਕੁਟੰਬ ਦਾ ਇੰਨਾ ਮੋਹ ਕਰਦੇ ਹੋ, ਇਹ ਸਾਡੇ ਬਿਨਾਂ ਕੰਮ ਕਿਵੇਂ ਚੱਲੂਗਾ। ਦੇਖੋ ਭਾਈ ਵਾਹਿਗੁਰੂ ਪਰਮੇਸ਼ਰ ਨੇ ਜਿੰਨੇ ਵੀ ਪ੍ਰਾਣੀ ਸਿਰਜੇ ਹਨ, ਪੂਰਬ ਸਭ ਹਿਤ ਕਰਿਓ ਆਹਾਰਾ। ਪਹਿਲਾਂ ਸਾਰਿਆਂ ਦੇ ਵਾਸਤੇ ਉਸਨੇ ਰਿਜ਼ਕ ਪੈਦਾ ਕੀਤਾ ਹੈ। ਜਾਂ ਤੇ ਤੁਮ ਬੈਠੋ ਗੁਰਦੁਆਰਾ। ਇਸ ਕਰਕੇ ਫਿਰ ਬਚਨ ਮੰਨੋ, ਤੁਸੀਂ ਇੱਥੇ ਗੁਰਦੁਆਰ ਗੁਰੂ ਦਰ ਤੇ ਹੀ ਰਹਿਣਾ ਕਰੋ। ਧਰੋ ਸਿਦਕ ਔਰ ਡੋਲੋ ਨਾਹੀ। ਤੇ ਸਿਦਕ ਰੱਖਣਾ ਹੈ, ਹਿਰਦੇ ਕਰਕੇ ਮਨ ਕਰਕੇ ਡੋਲਣਾ ਨਹੀਂ। ਸਿਮਰੋ ਵਾਹਿਗੁਰੂ ਮਨ ਮਾਹੀ। ਮਨ ਦੇ ਵਿੱਚ ਵਾਹਿਗੁਰੂ ਸਿਮਰਨ ਕਰਨਾ ਹੈ। ਤੁਮਰੇ ਸੰਬੰਧੀ ਸਮੁਦਾਇ। ਜਿੰਨੇ ਤੁਹਾਡੇ ਸੰਬੰਧੀ ਹਨ
ਸਭ ਕੋ ਰਿਜ਼ਕ ਤਹਾਂ ਪਹੁੰਚਾਏ। ਕੋਈ ਨਾ ਫਿਕਰ ਨਹੀਂ ਕਰਨਾ, ਉਹਨਾਂ ਨੂੰ ਉੱਥੇ ਸਾਰਾ ਰਿਜ਼ਕ ਪਹੁੰਚਦਾ ਹੋ ਜਾਵੇਗਾ। ਤੁਮ ਕੋ ਰਿਜ਼ਕ ਇਹਾਂ ਗੁਰ ਦੇਹ, ਤੁਹਾਨੂੰ ਭਾਈ ਇੱਥੇ ਗੁਰੂ ਪਾਤਸ਼ਾਹ ਰਿਜ਼ਕ ਦੇਣਗੇ। ਜਨਮ ਸੁਧਾਰੋ ਪਰਖੋ ਇਹ ਆਪਣਾ ਜੀਵਨ ਸਫਲ ਕਰ ਲੋ, ਇਸ ਗੱਲ ਦੀ ਪਰਖ ਕਰ ਲੋ। ਸੁਨ ਤੀਨੋ ਨਿਜ ਪੁੱਤਰ ਸਲਾਏ। ਇਉਂ ਭਾਈ ਉਹਨਾਂ ਤਿੰਨਾਂ ਨੇ ਫਿਰ ਇਸ ਤਰ੍ਹਾਂ ਆਪਣੇ ਪੁੱਤਰ ਸਲਾਏ ਦੀ ਜਗ੍ਹਾ ਤੇ ਇੱਥੇ ਸਦਾਏ ਠੀਕ ਹੈ ਕਿ ਤਿੰਨਾਂ ਨੇ ਆਪਣੇ ਪੁੱਤਰਾਂ ਨੂੰ ਸੱਦਿਆ ਹੈ। ਕਹੇ ਉਹ ਤਰਨ ਤਾ ਤੁਮੇ ਅਬ ਪਾਏ। ਕਹਿਣ ਲੱਗੇ, ਇਹ ਪੁੱਤਰੋ ਹੁਣ ਤੁਸੀਂ ਜਵਾਨੀ ਦੀ ਉਮਰ ਪਾ ਲਈ ਹੈ। ਭਏ ਕਿਤਕ ਲਾਇਕ ਨਿਰਧਾਰੋ, ਤੁਸੀਂ ਹੁਣ ਜਿਹੜੇ ਹੈ ਇਹ ਦੇਖੋ ਵੀ ਅਸੀਂ ਕਿੰਨੇ ਕੁ ਲਾਇਕ ਹੋ ਗਏ ਆ। ਕੰਮਕਾਰ ਦੇ ਨਿਰਧਾਰਤ ਕਰ ਲਓ। ਅਬ ਘਰ ਕੋ ਸਭ ਕਾਜ ਸੰਭਾਰੋ, ਤੇ ਹੁਣ ਜਾ ਕੇ ਤੁਸੀਂ ਘਰ ਦਾ ਸਾਰਾ ਕੰਮ ਸੰਭਾਲੋ। ਉਦਮ ਕਰੋ ਲਾਭ ਹੋਏ ਜੇਤਾ, ਉਦਮ ਪੁਰਸ਼ਾਰਥ ਕਰਨਾ, ਕੰਮਕਾਰ ਕਰਨੇ ਤੇ ਜਿਹੜਾ ਉਹਦੇ ਵਿੱਚੋਂ ਲਾਭ ਪ੍ਰਾਪਤ ਹੋਵੇ। ਦਸਵੰਦ ਕਾਢੋ ਗੁਰ ਕੋ ਤੇਤਾ, ਉਸ ਕਮਾਈ ਦਾ ਜਿਹੜਾ ਦਸਵੰਦ ਹੈ ਉਹ ਤੁਸੀਂ ਭਾਈ ਸਾਰਾ ਕੱਢੋ। ਤੇ ਦਸਵੰਦ ਲਾਭ ਜਿਹੜਾ ਹੈ, ਲਾਭ ਦੇ ਵਿੱਚੋਂ ਦਸਵੰਦ ਕੱਢਣਾ ਹੈ। ਤੇ ਮੰਨ ਲਓ ਕਿਸੇ ਨੇ ਕੋਈ ਕੰਮ ਕਰਦਾ ਹੈ, ਉਹ ਕੰਮ ਕਰਦੇ ਆ ਜਿਵੇਂ ਵੀ ਕੋਈ ਕਿਰਤ ਕਰਦੇ ਨੇ, ਕਿਰਤ ਕਰਕੇ ਕੋਈ ਕਾਰਜ ਕੀਤਾ ਤੇ ਕਿਸੇ ਕਾਰਜ ਦੇ ਉੱਤੇ ਖਰਚਾ ਹੋਇਆ 10,000 ਰੁਪਈਆ, ਤੇ ਉਸ ਕਾਰਜ ਦਾ ਤੋਂ ਬਾਅਦ ਫਾਇਦਾ ਹੋਇਆ ਉਹਦੇ ਪਿੱਛੇ 12,000 ਰੁਪਈਆ, ਤਾਂ ਲਾਭ ਕਿੰਨਾ ਹੋ ਗਿਆ? 2,000। ਇੱਕ ਉਦਾਹਰਨ ਹੈ। ਤੇ 2,000 ਦਾ ਜਿਹੜਾ ਦਸਵੰਦ ਹੈ ਉਹ ਗੁਰਮੁਖੋਂ 200 ਰੁਪਈਆ ਬਣਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਦਸਵੰਦ ਕੱਢਣ ਦਾ, ਬਾਕੀ ਆਪੋ ਆਪਣੀ ਭਾਵਨਾ ਹੈ। ਇੱਕ ਮੁੰਬਈ ਦੇ ਵਿੱਚ ਇੱਕ ਗੁਰਸਿੱਖ ਹੈ, ਬਹੁਤ ਵੱਡਾ ਕਾਰੋਬਾਰ ਹੈ ਉਹਦਾ, ਅਰਬਾਂ ਪਤੀ ਹੋ ਗਿਆ, ਇੰਨਾ ਕਾਰੋਬਾਰ। ਤੇ ਉਹਦੇ ਅੰਦਰ ਦੇਖੋ ਭਾਵਨਾ ਜਾਗੀ, ਉਹ ਕਹਿੰਦਾ ਵੀ ਦਸਵੰਦ ਕੱਢਣਾ ਹੈ। ਤੇ ਉਸ ਨੇ ਜਿਹੜਾ ਸੀ ਕੋਈ ਵੀ ਕਾਰਜ ਕਰਨਾ, ਇਹ ਦਸਵੰਦ ਹੁਣ ਆਪਾਂ ਦੇ ਕਹਿੰਦੇ ਦਸਵੰਦ ਕੱਢਣਾ ਹੈ, ਉਹ ਕਹਿੰਦਾ ਦਸਵੰਦ ਗੁਰੂ ਵੱਲ ਨਹੀਂ ਕੱਢਣਾ, ਦਸਵੰਦ ਆਪਦੇ ਵੱਲ ਰੱਖਣਾ ਹੈ। ਤੇ ਉਹਨੇ ਜਿੰਨੀ ਕਮਾਈ ਸੀ ਉਹਦੇ 9 ਹਿੱਸੇ ਜਿਹੜੇ ਹੁੰਦੇ ਸੀ ਉਹ ਗੁਰੂ ਨਿਮਿਤ ਲਾਉਣੇ, ਗੁਰੂ ਮਹਾਰਾਜ ਦੇ ਦਰ ਘਰ ਤੇ ਹੋਰ ਕਾਰਜਾਂ ਤੇ ਪਰਉਪਕਾਰ ਤੇ, ਇੱਕ ਹਿੱਸਾ ਗਹਿਣਾ ਆਪਦੇ ਵਾਸਤੇ। ਤੇ ਐਡੀ ਮਾਲਕ ਦੀ ਕਿਰਪਾ ਹੋਈ ਕਿ ਉਸ ਨੂੰ ਇਹ ਨਹੀਂ ਪਤਾ ਮਾਇਆ ਕਿੰਨੀ ਕਿਹੜੇ ਪਾਸਿਓਂ ਆਈ ਜਾਂਦੀ ਹੈ, ਇੰਨੀ ਕਿਰਤ ਉਹਦੀ ਚੜੀ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਬਚਨ ਵੀ ਹਨ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਹੈ ਕਿ ਕਿਸੇ ਨੇ ਪੁੱਛਿਆ ਸੀ ਮਹਾਰਾਜ ਗਰੀਬੀ ਕਿਵੇਂ ਦੂਰ ਹੋਵੇ, ਤਾਂ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਲੈਣਾ, ਜਿੰਨੀ ਵੀ ਕਿਰਤ ਹੈ ਦਸਵੰਦ ਕੱਢਣਾ ਸ਼ੁਰੂ ਕਰ ਦੇਵੇ, ਚਾਹੇ ਥੋੜੀ ਹੈ ਨਾ। ਜਿਹੜਾ ਕੋਈ ਪ੍ਰਾਣੀ ਨੇਮ ਨਾਲ ਸ਼ਰਧਾ ਸਹਿਤ ਦਸਵੰਦ ਕੱਢੇਗਾ ਉਹਦੇ ਘਰ ਵਿੱਚ ਗਰੀਬੀ ਨਹੀਂ ਰਹੂਗੀ। ਗੁਰੂ ਪਾਤਸ਼ਾਹ ਮਹਾਰਾਜ ਨੇ ਇਹਨਾਂ ਨੂੰ ਉਪਦੇਸ਼ ਦਿੱਤਾ, ਤਾਂ ਇਹ ਆਪਣੇ ਪੁੱਤਰਾਂ ਨੂੰ ਕਹਿੰਦੇ ਹੁਣ ਤੁਸੀਂ ਘਰ ਸੰਭਾਲੋ, ਉਦਮ ਕਰੋ, ਜਿਹੜਾ ਲਾਭ ਹੋਵੇ ਦਸਵੰਦ ਕਾਢੋ ਗੁਰ ਕੋ ਤੇਤਾ। ਉਹਦੇ ਵਿੱਚੋਂ ਗੁਰੂ ਨਿਮਿਤ ਗੁਰੂ ਦਰ ਤੇ ਦਸਵੰਦ ਕੱਢੋ। ਆਵੇ ਸਿੱਖ ਕਰੋ ਤਿਨ ਸੇਵਾ, ਕੋਈ ਵੀ ਗੁਰਸਿੱਖ ਆਵੇ, ਰਾਹੀ ਪਾਂਧੀ ਅੱਗੇ ਸਿੱਖ ਆਉਂਦੇ ਜਾਂਦੇ, ਗੁਰਸਿੱਖਾਂ ਦੇ ਘਰ ਰੁਕਦੇ ਹੁੰਦੇ ਸੰਗਤਾਂ। ਕਿਸੇ ਵੀ ਨਗਰ ਹਨੇਰਾ ਹੋ ਜਾਣਾ, ਉੱਥੇ ਫਿਰ ਪੁੱਛਣਾ ਸੰਗਤਾਂ ਨੇ ਕਿ ਕੋਈ ਸਿੱਖ ਪਰਿਵਾਰ ਹੈ ਇੱਥੇ, ਭਾਈ ਕੋਈ ਸਿੱਖਾਂ ਦਾ ਘਰ ਹੈ। ਫਿਰ ਉਹ ਲੋਕਾਂ ਨੇ ਦੱਸਣਾ ਜੀ ਹਾਂ ਇੱਕ ਘਰ ਹੈ ਜਾਂ 2 ਘਰ ਨੇ।
ਉਸ ਘਰ ਦੇ ਵਿੱਚ ਫਿਰ ਸੰਗਤ ਜਾ ਵੜਦੀ ਹੁੰਦੀ ਸੀ ਤੇ ਉੱਥੇ ਆਰਾਮ ਕਰਨਾ। ਗੁਰਸਿੱਖਾਂ ਨੂੰ ਇਹ ਮਹਾਰਾਜ ਦਾ ਹੁਕਮ ਵੀ ਸੀ ਗੁਰਸਿੱਖਾਂ ਦੀ ਸੇਵਾ ਕਰਨੀ। ਉਹ ਗੁਰਸਿੱਖਿਓਂ ਸੇਵਾ ਪੁਰਾਤਨ ਸਮੇਂ ਕਮਾਉਂਦੇ ਰਹੇ ਆ। ਇਹਨਾਂ ਆਪਣੇ ਪੁੱਤਰਾਂ ਨੂੰ ਕਿਹਾ, ਆਵਹਿ ਸਿੱਖ ਕਰੋ ਤਿਨ ਸੇਵਾ। ਕੋਈ ਸਿੱਖ ਆਵੇ ਗੁਰੂ ਕਾ, ਉਸ ਦੀ ਸੇਵਾ ਕਰੋ। ਹਮ ਅਬ ਰਹਿ ਦਵਾਰ ਗੁਰਦੇਵਾ। ਅਸੀਂ ਹੁਣ ਗੁਰੂ ਸਾਹਿਬ ਦੇ ਦਰ ਤੇ ਰਹਾਂਗੇ। ਐਮ ਤੁਮਰੀ ਭੀ ਹੋਏ ਕਲਿਆਣ। ਇਸ ਤਰ੍ਹਾਂ ਦੇਖੋ ਤੁਹਾਡੀ ਵੀ ਕਲਿਆਣਤਾ ਹੋਵੇਗੀ। ਅਸ ਸਿੱਖਿਆ ਦੇ ਕੁਟੰਬ ਮਹਾਨ। ਇਸ ਤਰ੍ਹਾਂ ਆਪਣੇ ਸਾਰੇ ਪਰਿਵਾਰ ਨੂੰ ਉਹਨਾਂ ਸਿੱਖਿਆ ਦਿੱਤੀ ਹੈ। ਰਹੇ ਦਵਾਰ ਗੁਰ ਸੇਵ ਕਮਾਵਹਿ। ਗੁਰੂ ਸਾਹਿਬ ਦੇ ਦਰ ਤੇ ਰਹੇ, ਸੇਵਾ ਕਰਨ ਲੱਗ ਪਏ। ਸਤ ਸੰਗਤ ਕਰ ਸੇਵ ਰਿਝਾਵਹਿ। ਸਤਸੰਗ ਕਰਦੇ ਆ, ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਦੇ, ਮਹਾਰਾਜ ਨੂੰ ਪ੍ਰਸੰਨ ਕਰਦੇ, ਸੰਗਤਾਂ ਨੂੰ ਪ੍ਰਸੰਨ ਕਰਦੇ ਹਨ। ਕਥਾ ਕੀਰਤਨ ਸੁਨਹਿ ਆਨੰਦੇ। ਪੂਰੇ ਆਨੰਦ ਸਹਿਤ ਕਥਾ ਕੀਰਤਨ ਸਰਵਣ ਕਰਦੇ ਨੇ। ਹੋਏ ਪ੍ਰਾਪਤ ਕਲਿਆਣ ਬਿਲੰਦੇ। ਤਾਂ ਕਿ ਜੋ ਭਾਈ ਮਹਾਨ ਉੱਚੀ ਕਲਿਆਣਤਾ ਹੈ ਉਹ ਪ੍ਰਾਪਤ ਹੋ ਜਾਵੇ। ਅਸ ਬਿਦ ਕੀਨੀ ਸੇਵ ਕਨੇਰੀ। ਇਸ ਤਰ੍ਹਾਂ ਉਹਨਾਂ ਨੇ ਮਹਾਰਾਜ ਦੇ ਦਰ ਤੇ ਫਿਰ ਬਹੁਤ ਸੇਵਾ ਕੀਤੀ। ਪ੍ਰਾਪਤ ਮੁਕਤ ਅੰਤ ਕੀ ਬੇਰੀ। ਅੰਤ ਦੇ ਸਮੇਂ ਮੁਕਤੀ ਦੀ ਪ੍ਰਾਪਤੀ ਹੋਈ। ਸਤਿਗੁਰ ਕੇ ਤਨ ਬਿਖੈ ਸਮਾਏ। ਗੁਰੂ ਸਾਹਿਬ ਦੇ ਤਨ ਵਿੱਚ ਉਹ ਭਾਈ ਆਤਮਿਕ ਤੌਰ ਤੇ ਸਮਾ ਗਏ। ਜਨਮ ਮਰਨ ਕੇ ਬੰਧ ਮਿਟਾਏ। ਇਉਂ ਜੰਮਣ ਮਰਨ ਦੇ ਵੀ ਬੰਧਨ ਖਤਮ ਹੋ ਗਏ। ਖੁਤੋ ਖੋਸਲਾ ਧਰਮਦਾਸ। ਇੱਕ ਭਾਈ ਧਰਮਦਾਸ ਖੋਸਲਾ ਗੋਤ ਸੀ, ਇਹ ਵੀ ਖੱਤਰੀਆਂ ਦਾ ਗੋਤ ਹੈ। ਖੁਤੋ ਖੋਸਲਾ ਧਰਮਦਾਸ ਇਹ ਨਾਮ ਹੈ ਗੁਰਸਿੱਖ ਦਾ। ਇੱਕ ਧਰਮਦਾਸ ਨਾਮ ਦਾ ਖੋਸਲਾ ਖੱਤਰੀ ਸੀ। ਇੱਕ ਤਾਰਾ ਸਿੱਖ ਡੂਗਰ ਦਾਸ। ਇੱਕ ਭਾਈ ਤਾਰਾ, ਇੱਕ ਭਾਈ ਡੂਗਰ ਦਾਸ ਗੁਰਸਿੱਖ ਹੈ। ਦੀਪਾ ਅਰ ਜੇਠਾ ਸੰਸਾਰੂ। ਇਹ ਭਾਈਓ, ਇੱਕ ਭਾਈ ਦੀਪਾ ਹੈ, ਇੱਕ ਭਾਈ ਜੇਠਾ ਹੈ, ਇੱਕ ਭਾਈ ਸੰਸਾਰੂ ਹੈ। ਬੂਲਾ ਅਰ ਤੀਰਥ ਸਿੱਖ ਚਾਰੂ। ਭਾਈ ਬੂਲਾ ਸਿੱਖ ਹੈ, ਭਾਈ ਤੀਰਥ। ਇਹ ਭਾਈ ਸਿੱਖ ਚਾਰੂ। ਚਾਰੂ ਦਾ ਅਰਥ ਹੈ ਸੁੰਦਰ, ਸੋਹਣੇ, ਪ੍ਰੇਮ ਵਾਲੇ ਗੁਰਸਿੱਖ। ਮਿਲ ਕਰ ਸਭੀ ਸਿੱਖ ਚੱਲ ਆਏ। ਇਹ ਸਾਰੇ ਗੁਰਸਿੱਖ ਮਿਲ ਕੇ ਇਕੱਠੇ ਹੋ ਕੇ ਆਏ ਹਨ। ਸ੍ਰੀ ਗੁਰੂ ਰਾਮਦਾਸ ਨਿਕਟ ਆਏ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਨੇੜੇ ਹੋ ਕੇ ਨਮੋ ਕਰੀ ਬਹੁ ਬਿਨੈ ਪ੍ਰਕਾਸ਼। ਬਹੁਤ ਬੇਨਤੀ ਸਹਿਤ ਕਹਿੰਦੇ ਨਾ ਨਮਸਕਾਰ ਕੀਤੀ। ਹੱਥ ਜੋੜ ਕਰ ਬੈਠੇ ਪਾਸ। ਇਹ ਹੱਥ ਜੋੜ ਕੇ ਸਤਿਗੁਰੂ ਜੀ ਦੇ ਕੋਲ ਬੈਠ ਗਏ ਹਨ। ਸਰਨ ਪਰੇ ਰਾਬਰ ਦਰਬਾਰ। ਮਹਾਰਾਜ ਕਹਿਣ ਲੱਗੇ ਜੀ ਅਸੀਂ ਤੁਹਾਡੀ ਸ਼ਰਨ ਪਏ ਹਾਂ, ਤੁਹਾਡੇ ਦਰਬਾਰ ਵਿੱਚ ਆਏ ਹਾਂ। ਕਰੋ ਉਦਾਹਰਨ ਕਿਸੂ ਪ੍ਰਕਾਰ। ਕਿਸੇ ਤਰ੍ਹਾਂ ਵੀ ਮਹਾਰਾਜ ਸਾਡਾ ਉਧਾਰ ਕਰੋ ਜੀ। ਰਾਮਦਾਸ ਸਤਿਗੁਰੂ ਉਚਾਰਾ। ਗੁਰੂ ਰਾਮਦਾਸ ਮਹਾਰਾਜ ਨੇ ਇਹਨਾਂ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ। ਪ੍ਰਥਮ ਤਜੋ ਮਨ ਕੋ ਹੰਕਾਰਾ। ਪਹਿਲਾਂ ਤੇ ਭਾਈ ਆਪਣੇ ਮਨ ਦਾ ਹੰਕਾਰ ਛੱਡੋ। ਗਹੋ ਨਿਮਰਤਾ ਤਿਆਗੋ ਮਤ ਸਰ। ਨਿਮਰਤਾ ਧਾਰਨ ਕਰੋ ਤੇ ਮਤ ਸਰ ਕਹਿੰਦੇ ਈਰਖਾ ਅੰਦਰ ਦੀ ਉਹ ਤਿਆਗ ਦਿਓ। ਕਰੋ ਨ ਨਿੰਦਾ ਅਵਗੁਣ ਪਰ ਹਰ।
ਕਦੇ ਵੀ ਨਿੰਦਾ ਨਹੀਂ ਕਿਸੇ ਦੀ ਕਰਨੀ, ਔਗਣਾ ਪਰ ਹਰ ਕਈਏ ਤਿਆਗ ਕਰ ਦਿਓ। ਜੇ ਘਰ ਆਇਓ ਸਿੱਖ ਨਿਹਰੀ ਹੈ। ਹਾਂ, ਜੇ ਤੁਹਾਡੇ ਘਰ ਕੋਈ ਗੁਰੂ ਕਾ ਸਿੱਖ ਆਇਆ ਵੇਖੋ, ਨਿਜ ਨਿਜ ਘਰ ਤੇ ਸੇਵਾ ਕਰੀਐ। ਆਪੋ ਆਪਣੇ ਘਰਾਂ ਵਿੱਚ ਭਾਈ ਗਾਏ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ। ਭੋਜਨ ਬਸਤਰ ਭਾਉ ਕਰ ਦੀਜੈ। ਕਿਉਂ ਗੁਰੂ ਘਰ ਦੇ ਸਿੱਖਾਂ ਨੂੰ ਭੋਜਨ ਪਦਾਰਥ ਛਕਾਓ, ਵਸਤਰ ਆਦਿਕ ਭਾਵਨਾ ਧਾਰਨ ਕਰਕੇ ਸ਼ਰਧਾ ਨਾਲ ਭੇਟ ਕਰਿਆ ਕਰੋ। ਮਾਨੋ ਬਚਨ ਨ ਫੇਰ ਨ ਕੀਜੈ। ਮਹਾਰਾਜ ਕਹਿੰਦੇ ਭਾਈ ਇਹ ਸਾਡਾ ਬਚਨ ਮੰਨੋ ਤੇ ਕਦੇ ਵੀ ਇਉਂ ਬਚਨ ਜਿਹੜਾ ਹੈ ਫੇਰਨ ਕੀਜੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਬਚਨ ਨੂੰ ਕਦੇ ਵੀ ਭੁੱਲਣਾ ਨਹੀਂ, ਮੋੜਨਾ ਨਹੀਂ ਹੈ। ਜੇ ਸਿੱਖ ਕਹੋ ਹੋਏ ਕਾਜ ਵਡੇਰਾ। ਤੇ ਜੇ ਕਿਸੇ ਗੁਰਸਿੱਖ ਦਾ ਕੋਈ ਵੱਡਾ ਕਾਰਜ ਹੋਵੇ, ਵੱਡਾ ਕਾਰਜ ਮੰਨ ਲਓ ਕੋਈ ਬੱਚੇ ਬੱਚੀ ਦੀ ਸ਼ਾਦੀ ਹੈ, ਕੋਈ ਭਾਈ ਹੋਰ ਘਰ ਦਾ ਕੋਈ ਐਸਾ ਕਾਰਜ, ਇੱਕ ਤੇ ਤੁਸੀਂ ਇਤਿਹਾਸ ਸੁਣਦੇ ਨੋਟ ਕਰਨਾ ਕਿ ਮਹਾਰਾਜ ਨੇ ਗੁਰਸਿੱਖਾਂ ਦੀ ਸੇਵਾ ਦਾ ਫਲ ਦੱਸਿਆ। ਅੱਜ ਕੱਲ ਇੱਕ ਗੱਲ ਬੜੀ ਪ੍ਰਚਲਿਤ ਹੈ, ਕੋਈ ਫਾਇਦਾ ਨਹੀਂ ਜੀ ਐਵੇਂ ਗੁਰੂ ਘਰਾਂ ਚ ਮਾਇਆ ਦੇਣ ਦਾ, ਗਰੀਬ ਨੂੰ ਦਿਓ। ਮਹਾਰਾਜ ਨੇ ਇਹ ਤਾਂ ਬਹੁਤ ਵਾਰੀ ਗੱਲ ਸਾਂਝੀ ਕੀਤੀ ਵੀ ਇਹ ਕਿਹਾ ਜੀ ਗੁਰੂ ਕੀ ਗੋਲਕ ਗਰੀਬ ਕਾ ਮੁੱਖ। ਉਹ ਭਾਈ ਗੁਰੂ ਕੇ ਜਿਹੜਾ ਹੈ ਨਾ, ਉਹ ਗੁਰੂ ਘਰ ਨਾਲ ਜੁੜਿਆ ਹੋਇਆਂ ਦੀ ਗੱਲ ਕੀਤੀ ਹੈ। ਉਹਨਾਂ ਗਰੀਬਾਂ ਨਾਲ ਕਿਆ ਵਾਸਤਾ ਜਿਹੜੇ ਗੁਰੂ ਘਰ ਦੇ ਵੱਲ ਮੂੰਹ ਤਾਂ ਕਰਦਾ ਨਹੀਂ ਹੈ। ਆਗ ਬਹੁਤ ਹੋਇਆ, ਜਾਨ ਕਰੋ, ਉਹਨੂੰ ਸਹੁੰ ਖਵਾਓ ਕਿ ਅੱਜ ਤੋਂ ਬਾਅਦ ਕਿਰਤ ਕਰੇਗਾ, ਨਸ਼ਾ ਨਹੀਂ ਕੋਈ ਕਰੇਗਾ, ਗੁਰੂ ਮਹਾਰਾਜ ਦੇ ਦਰ ਤੇ ਆਵੇਂਗਾ। ਮਹਾਰਾਜ ਨੇ ਬੇਲੜ ਨਸ਼ਈਆਂ ਦੀ ਕਦੇ ਮਦਦ ਨਹੀਂ ਕਿਹਾ ਗੁਰੂ ਸਾਹਿਬ ਨੇ। ਕੋਈ ਪਰਨ ਕਰੇ ਆ ਕੇ ਮੈਂ ਅੱਜ ਤੋਂ ਨਸ਼ੇ ਤਿਆਗੂ, ਕਿਰਤ ਕਰੂੰ, ਵਿਹਲਾ ਨਹੀਂ ਰਹੂੰ, ਮੈਂ ਗਰੀਬ ਹਾਂ, ਅੱਜ ਮੇਰੀ ਮਦਦ ਕਰੋ। ਤਾਂ ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਘਰ ਨਾਲ ਜੁੜੇ ਫੇਰ ਹੀ ਫਾਇਦਾ। ਇਹ ਦਸਵੰਧ ਜਿਹੜਾ ਹੈ ਨਾ, ਗੁਰੂ ਨੂੰ ਲੇਖਾ ਦੇਣਾ ਪੈਣਾ ਜੇ ਆਪਾਂ ਗੁਰੂ ਦੇ ਦੱਸੇ ਮੁਤਾਬਕ ਨਾ ਲਾਇਆ। ਦਸਵੰਧ ਗੁਰੂ ਦਾ ਹੈ। ਇਹ ਗੁਰਮੁਖੋ ਦਸਵੰਧ ਦੇਣਾ ਕਿਤੇ ਵੀ ਲਾਓ, ਪਰ ਇੱਕ ਗੱਲ ਯਾਦ ਰੱਖਣੀ ਕਿ ਇਸ ਦਸਵੰਧ ਦੇ ਨਾਲ ਗੁਰੂ ਨਾਨਕ ਦੇ ਘਰ ਦੀ ਮਹਿਮਾ ਹੋਵੇ ਤੇ ਗੁਰੂ ਨਾਨਕ ਦੀ ਸਿੱਖੀ ਦਾ ਵਿਸਥਾਰ ਹੋਵੇ। ਜੇ ਅਸੀਂ ਦਸਵੰਧ ਖਰਚ ਕਰਕੇ ਗੁਰੂ ਨਾਨਕ ਦੇ ਘਰ ਦੀ ਮਹਿਮਾ ਨਾ ਕਰਾ ਸਕੇ, ਗੁਰਸਿੱਖੀ ਨਾ ਵਧਾ ਸਕੇ, ਜਿਹਨੂੰ ਦਸਵੰਧ ਦਿੱਤਾ ਉਹਨੂੰ ਸਿੱਖੀ ਨਾ ਬਣਾ ਸਕੇ, ਤਾਂ ਫਿਰ ਦਸਵੰਧ ਦੇਣ ਵਾਲਿਆ ਤੈਨੂੰ ਵੀ ਲੇਖਾ ਦੇਣਾ ਪੈਣਾ। ਗੁਰੂ ਨੇ ਕਹਿਣਾ ਦਸਵੰਧ ਮੇਰਾ ਸੀ ਤੇ ਤੂੰ ਦਾਇਆ ਕਿੱਥੇ? ਸਿਰਫ ਆਪਦੀ ਹਉਮੈ ਕਿ ਮੈਨੂੰ ਚੰਗਾ ਕਹਿਣ, ਮੇਰੇ ਨੂੰ ਆਇਆ ਜਦੋਂ ਮੇਰੀ ਜੈ ਜੈਕਾਰ ਹੋਵੇ, ਸਿਰਫ ਇਸੇ ਕਰਕੇ ਲਾਤਾ। ਨਹੀਂ, ਇਸ ਗੱਲ ਦਾ ਧਿਆਨ ਇਹ ਪ੍ਰਾਤਨ ਗ੍ਰੰਥਾਂ ਵਿੱਚੋਂ ਕਥਾ ਵਿੱਚੋਂ ਗੱਲਾਂ ਮਿਲਦੀਆਂ। ਮਹਾਰਾਜ ਕਹਿੰਦੇ ਜੇ ਸਿੱਖ ਕੋ ਹੋਏ ਕਾਜ ਵਡੇਰਾ। ਭਾਈ ਜੇ ਗੁਰਸਿੱਖ ਦਾ ਕੋਈ ਵੱਡਾ ਕਾਰਜ ਹੋਵੇ, ਬਿਨ ਧਨ ਸਰੈ ਨ ਜੋ ਅਸ ਹੇਰਾ। ਤੇ ਉਹ ਧਨ ਬਿਨਾ ਉਹ ਕਾਰਜ ਸਰਦਾ ਨਾ ਹੋਵੇ, ਪੂਰਾ ਨਾ ਹੁੰਦਾ ਹੋਵੇ। ਜੋ ਭਾਈ ਐਸਾ ਵੇਖੋ, ਸਭ ਮਿਲ ਕਰ ਉਚਰੋ ਅਰਦਾਸ। ਤਾਂ ਸਭ ਤੋਂ ਪਹਿਲਾਂ ਕੀ ਕਰਨਾ? ਇਹ ਤਾਂ ਨਹੀਂ ਕਿ ਪਹਿਲਾਂ ਹੀ ਧਨ ਫੜਾ ਦਿਓ, ਨਹੀਂ। ਸਭ ਮਿਲ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਅੱਗੇ ਬੇਨਤੀ ਕਰੋ ਇਕੱਠੇ ਹੋ ਕੇ। ਪਹਿਲਾਂ ਤੇ ਉਹਦੇ ਲਈ ਬੇਨਤੀ ਕਰੋ। ਸਭ ਮਿਲ ਕਰ ਉਚਰੋ ਅਰਦਾਸ। ਇਹ ਜਦੋਂ ਆਪਾਂ ਇਤਿਹਾਸ ਸੁਣਾਂਗੇ ਫੇਰ ਪਤਾ ਲੱਗਦਾ ਗੁਰਮੁਖੋ ਸੇਵਾ ਇਸ ਕਰਕੇ ਕਿ ਸਤ ਸੰਗਤ ਕਰਨੀ ਜ਼ਰੂਰੀ ਹੈ, ਫੇਰ ਸੇਵਾ ਦਾ ਫਲ ਹੈ। ਇਸੇ ਕਰਕੇ ਹੈ ਨਾ, ਜਿਹਨੇ ਸਤਸੰਗ ਹੀ ਨਹੀਂ ਕੀਤੀ, ਜਿਹਨੂੰ ਗਿਆਨ ਹੀ ਹੈ ਨਹੀਂ, ਤੇ ਉਹ ਫਿਰ ਹਾਲਾਤ ਕੀ ਹੁੰਦੇ ਆ, ਉਹਦਾ ਫਾਇਦਾ ਕੀ ਹੁੰਦਾ ਹੈ? ਜਦੋਂ ਧਨ ਹੈ, ਕਮਾਈ ਕਰਦਾ, ਦਸਵੰਧ ਕੱਢਿਆ ਤੇ ਗੁਰੂ ਕੀ ਸੰਗਤ ਕੀਤੀ ਨਹੀਂ, ਪਤਾ ਹੈ ਨਹੀਂ ਕਿਵੇਂ ਕਰਨਾ ਇਹਦਾ ਖਰਚਾ, ਤੇ ਅਣ ਅਧਿਕਾਰੀ ਨੂੰ ਦੇ ਬੈਠਾ, ਤਾਂ ਉਹਦਾ ਕੋਈ ਫਲ ਨਹੀਂ ਮਿਲੇਗਾ।
ਮਹਾਰਾਜ ਕਹਿੰਦੇ ਭਾਈ ਸਭ ਤੋਂ ਪਹਿਲਾਂ ਤਾਂ ਮਿਲ ਕੇ ਉਹਦੇ ਲਈ ਅਰਦਾਸ ਕਰਨੀ ਹੈ। ਸਭ ਮਿਲ ਕਰ ਉਚਰੋ ਅਰਦਾਸ, ਗੁਰੂ ਸਾਹਿਬ ਅੱਗੇ ਬੇਨਤੀ ਕਰੋ। ਸਭ ਤੇ ਇੱਕ ਥਲ ਕਰ ਨਿਪਜਾਸ, ਤੇ ਫਿਰ ਸਾਰਿਆਂ ਤੋਂ ਇੱਕ ਥਲ, ਇੱਕ ਜਗ੍ਹਾ ਦੇ ਉੱਤੇ ਨਿਪਜਾਸ, ਇੱਕ ਜਗ੍ਹਾ ਸਾਰੇ ਇਕੱਠੇ ਹੋ ਕੇ ਨਿਰਣਾ ਕਰਨਾ ਹੈ। ਸਿੱਖ ਕੋ ਕਾਰਜ ਦੀਜੈ ਸਾਰ, ਇਸ ਤਰ੍ਹਾਂ ਉਸ ਗੁਰਸਿੱਖ ਦਾ ਫਿਰ ਰਲ ਕੇ ਭਾਈਓ ਕਾਰਜ ਸਾਰ ਦਿਓ। ਤਬ ਪ੍ਰਾਪਤ ਤੁਮ ਕੋ ਸੁਖ ਸਾਰ, ਮਹਾਰਾਜ ਕਹਿੰਦੇ ਫਿਰ ਭਾਈ ਗੁਰਸਿੱਖੋ ਤੁਹਾਨੂੰ ਸ੍ਰੇਸ਼ਟ ਸੁਖ ਦੀ ਪ੍ਰਾਪਤੀ ਹੋਵੇਗੀ। ਜਹ ਸਤ ਸੰਗਤ ਹੋਏ ਸਮੁਦਾਇ, ਜਿੱਥੇ ਭਾਈ ਸਤ ਸੰਗਤ ਹੁੰਦੀ ਹੈ ਉੱਥੇ ਜਾਓ ਸਾਰੇ। ਕਥਾ ਕੀਰਤਨ ਕਰਹਿ ਬਨਾਏ, ਤੇ ਜਿੱਥੇ ਕਥਾ ਕੀਰਤਨ ਹੋ ਰਿਹਾ, ਸੰਗਤਾਂ ਇਕੱਠੀਆਂ ਹੋ ਰਹੀਆਂ ਹਨ, ਤਹਾਂ ਜਾਓ। ਸਾਂਝ ਅਰ ਪ੍ਰਾਤੀ, ਉਥੇ ਭਾਈ ਸ਼ਾਮ ਔਰ ਸਵੇਰ ਭਾਵ ਦੋਨੋਂ ਟਾਈਮ ਜਾਵੋ। ਧਰੋ ਪ੍ਰੀਤ ਕਰ ਮਤ ਕੋ ਰਾਤੀ, ਇਉਂ ਭਾਈ ਮਤ ਨੂੰ ਰੱਤ ਕੇ ਪ੍ਰੇਮ ਧਾਰ ਕੇ ਜਿਹੜੀ ਮਨ ਬੁੱਧੀ ਮਤ ਹੈ ਇਹਨੂੰ ਰਾਤੀ ਸੁੰਦਰ ਬਣਾ ਲਓ। ਉਸ ਮਾਲਕ ਦੇ ਦਰ ਨਾਲ ਜੁੜ ਜੋ, ਤੇ ਜਿੱਥੇ ਗੁਰੂ ਕੀ ਸੰਗਤ ਹੁੰਦੀ ਹੈ, ਇਹੋ ਜਿਹਾ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਜਿਹ ਥਾਂ ਜਥਾ ਸ਼ਕਤ ਹੋਏ ਆਵੈ, ਤੇ ਜਿਸ ਤਰ੍ਹਾਂ ਵੀ ਭਾਈ ਕੋਈ ਜਥਾ ਸ਼ਕਤ ਜਿੰਨੀ ਹਿੰਮਤ ਹੈ ਇਹ ਹੋ ਬਣੇ। ਧਰਮਸਾਲ ਸੁੰਦਰ ਬਨਵਾਵੈ, ਤਾਂ ਉੱਥੇ ਸੋਹਣੀ ਸੁੰਦਰ ਇੱਕ ਧਰਮਸਾਲ ਬਣਾਓ। ਤਿਸ ਮਹਿ ਰਾਖੈ ਸਿੱਖ ਟਿਕਾਏ, ਉੱਥੇ ਇੱਕ ਗੁਰਸਿੱਖ ਨੂੰ ਟਿਕਾ ਕੇ ਪੱਕੇ ਤੌਰ ਤੇ ਰੱਖੋ। ਭਾਵ ਗੁਰਸਿੱਖ ਜਿਹੜਾ ਤੁਹਾਨੂੰ ਗੁਰੂ ਦੀ ਬਾਣੀ ਸੁਣਾਵੇ, ਅਰਥ ਸੁਣਾਵੇ, ਗੁਰੂ ਦਾ ਉਪਦੇਸ਼, ਗੁਰੂ ਦੀ ਮੱਤ ਦੇਵੇ, ਐਸਾ ਗੁਰਸਿੱਖ ਉਸੇ ਟਿਕਾ ਕੇ ਰੱਖਣਾ ਹੈ। ਪੰਥੀ ਕੋ ਭੋਜਨ ਮਿਲ ਜਾਏ, ਤੇ ਨਾਲੇ ਭਾਈ ਕੋਈ ਪੰਥੀ ਰਾਹੀ ਹੈ ਉਹਨੂੰ ਭੋਜਨ ਮਿਲ ਜਾਵੇਗਾ। ਇੱਕ ਸਿੱਖ ਦੇਹ ਕੇ ਸਭ ਮਿਲ ਦੇਵੈ, ਕੋਈ ਇੱਕ ਸਿੱਖ ਉਹ ਦੇ ਸਕੇ, ਉਹ ਭੋਜਨ ਪਾਣੀ ਛਕਾਵੇ, ਸਭ ਮਿਲ ਕੇ ਦਿਓ, ਚਾਹੇ ਇਕੱਠੇ ਹੋ ਕੇ, ਜਿਵੇਂ ਵੀ ਹੈ ਸੇਵਾ ਕਰੋ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਿਹੜਾ ਹੈ ਸਾਰੇ ਮਿਲ ਕੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਰਨੀ ਹੈ, ਧਰਮਸਾਲ ਬਣਾਉਣੀ ਹੈ। ਪਹਿਲਾਂ ਤੋਂ ਮਰਜ਼ਾਦਾ ਹੈ, ਜਿੱਥੇ ਵੀ ਗੁਰਮੁਖੋ ਧਰਮਸਾਲ ਬਣਾਈ ਜਾਂਦੀ ਇੱਕ ਮਹੰਤ ਥਾਪਿਆ ਜਾਂਦਾ। ਜਿਹੜਾ ਹੁਣ ਹੈ, ਜਿਵੇਂ ਹੁਣ ਆਪਾਂ ਗ੍ਰੰਥੀ ਕਹਿੰਦੇ ਆ, ਜਾਂ ਪਹਿਲੇ ਸਮਿਆਂ ਵਿੱਚ ਇਹ ਹੁੰਦਾ ਸੀ ਮਹੰਤ ਕੌਣ ਹੈ ਇੱਥੋਂ ਦਾ। ਇਹ ਸ਼ਬਦ ਬੜਾ ਪਵਿੱਤਰ ਸ਼ਬਦ ਹੈ। ਹੁਣ ਤਾਂ ਉਹਨਾਂ ਨੇ ਮਹੰਤਾਂ ਨੇ ਐਂ ਕਰਤਾ, ਮਹੰਤਾਂ। ਅਸਲ ਵਿੱਚ ਮਹੰਤ ਸ਼ਬਦ ਉਹ ਭਾਈ ਬੜਾ ਪਵਿੱਤਰ ਸ਼ਬਦ ਹੈ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਤਰ੍ਹਾਂ ਸਾਰੇ ਮਿਲ ਕੇ ਸੇਵਾ ਕਰੋ। ਸਿਮਰਹਿ ਨਰ ਜਨ ਕੋ ਜੋ ਸੇਵਹਿ, ਇਸ ਤਰ੍ਹਾਂ ਭਾਈ ਸਾਰੇ ਸਿਮਰਹਿ, ਸਾਰੇ ਅਕਾਲ ਪੁਰਖ ਪ੍ਰਮਾਤਮਾ ਨੂੰ ਸਿਮਰਨਾ ਤੇ ਸੇਵਕ ਗੁਰਮੁਖ ਸੇਵਾ ਕਰਨੀ ਹੈ। ਕਹਾ ਮਹਾਤਮ ਇਸ ਕੋ ਕਹੀਐ, ਕਿੱਡਾ ਕੁ ਵੱਡਾ ਇਹਦਾ ਮਹੱਤਵ ਫਲ ਹੈ, ਇਹਦੇ ਬਾਰੇ ਕੀ ਕਿੰਨਾ ਕੋਈ ਕਹਿ ਦੇਵੇ। ਪੁੰਨ ਪਦਾਰਥ ਮਨ ਮਹਿ ਲਹੀਐ, ਮਹਾਰਾਜ ਕਹਿੰਦੇ ਬਹੁਤ ਵੱਡੇ ਪੁੰਨ ਪਦਾਰਥ ਮਨ ਦੇ ਵਿੱਚ ਭਾਈ ਪ੍ਰਾਪਤ ਹੋ ਜਾਂਦੇ ਹਨ। ਇਸ ਜਗ ਮਹਿ ਸੁਖ ਪਾਏ ਕਨੇਰਾ, ਇਉਂ ਸੇਵਾ ਕਰਨ ਵਾਲਾ ਇਸ ਜਗਤ ਦੇ ਵਿੱਚ ਬਹੁਤ ਸੁਖ ਪ੍ਰਾਪਤ ਕਰੇਗਾ। ਅੰਤ ਗੁਰੂ ਢਿਗ ਲਹੈ ਬਸੇਰਾ, ਅੰਤ ਦੇ ਸਮੇਂ ਗੁਰੂ ਸਾਹਿਬ ਦੇ ਚਰਨਾਂ 'ਚ ਉਹਦਾ ਵਾਸਾ ਹੋ ਜਾਵੇਗਾ। ਪਾਛਲ ਰਾਤ ਕਰੋ ਇਸ਼ਨਾਨ, ਪਾਛਲ ਪਿਛਲੀ ਪਹਿਰ ਰਾਤ ਰਹਿੰਦੀ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ। ਗੁਰਬਾਣੀ ਪੜ੍ਹੀਐ ਹਿਤ ਠਾਨ, ਤੇ ਪ੍ਰੇਮ ਭਾਵਨਾ ਧਾਰ ਕੇ ਗੁਰਬਾਣੀ ਪੜ੍ਹੋ।
ਸੁਨ ਉਪਦੇਸ਼ ਕਮਾਵਨ ਲਾਗੇ। ਇਸ ਤਰ੍ਹਾਂ ਭਾਈ ਉਹ ਫਿਰ ਗੁਰੂ ਦਾ ਉਪਦੇਸ਼ ਸੁਣ ਕੇ ਸਾਰੇ ਸਿੱਖ ਗੁਰੂ ਉਪਦੇਸ਼ ਨੂੰ ਕਮਾਉਣ ਲੱਗ ਪਏ। ਗੁਰੂ ਪ੍ਰੇਮ ਪਾਗੇ ਵਡ ਭਾਗੇ, ਤੇ ਗੁਰੂ ਦੇ ਪ੍ਰੇਮ ਵਿੱਚ ਪੁੱਗ ਗਏ, ਪਾਗੇ ਗਏ, ਰੱਤੇ ਗਏ ਵੱਡੇ ਭਾਗਾਂ ਵਾਲੇ। ਅੰਤ ਸਮੇਂ ਸਤਿਗੁਰ ਕੇ ਪਾਸ, ਅੰਤ ਦੇ ਸਮੇਂ ਫਿਰ ਗੁਰੂ ਸਾਹਿਬ ਦੇ ਕੋਲ ਗਏ। ਪ੍ਰਾਪਤ ਭਏ ਆਨੰਦ ਪ੍ਰਕਾਸ਼, ਗੁਰੂ ਚਰਨਾਂ 'ਚ ਬਿਰਾਜਮਾਨ ਹੋ ਗਏ। ਇਹ ਭਾਈ ਆਨੰਦ ਪ੍ਰਕਾਸ਼ ਦੀ ਪ੍ਰਾਪਤੀ ਕਰ ਲਈ ਹੈ। ਧਾਰ ਸ਼ਰਧਾ ਜਾਪਾ ਯਾਰ ਮਈਆ, ਅੱਗੇ ਆ ਗਿਆ ਭਾਈ ਹੋਰ ਗੁਰਸਿੱਖਾਂ ਦੇ ਨਾਂ ਨੇ ਜਿਹੜੇ ਸ਼ਰਧਾ ਧਾਰ ਕੇ। ਇੱਕ ਭਾਈ ਜਾਪਾ ਜੀ ਹੈ, ਇੱਕ ਭਾਈ ਮਈਆ ਜੀ ਹੈ। ਖੁੱਲਰ ਜਾਤ ਨਾਮ ਜੇ ਕਨ੍ਹਈਆ, ਇੱਕ ਖੁੱਲਰ ਜਾਤ, ਇਹ ਵੀ ਖੱਤਰੀਆਂ ਦੀ ਜਾਤੀ ਹੈ। ਪਹਿਲੇ ਸਮਿਆਂ ਵਿੱਚ ਇਤਿਹਾਸ ਜਦੋਂ ਪੜ੍ਹਦੇ ਆ, ਜਿਹੜੇ ਖੱਤਰੀ ਸਨ ਉਹਨਾਂ ਨੇ ਬਹੁਤ ਸਿੱਖੀ ਨੂੰ ਅਪਣਾਇਆ ਹੈ। ਜਿਹੜੇ ਭਾਈ ਉਹਦਾ ਨਾਮ ਕਨ੍ਹਈਆ ਹੈ। ਤੁਲਸਾ ਵਾਹੁਰਾ ਮਿਲ ਸਿੱਖ ਚਾਰੇ, ਇੱਕ ਭਾਈ ਤੁਲਸਾ ਵਾਹੁਰਾ ਹੈ। ਸਾਰੇ ਗੁਰਸਿੱਖ ਮਿਲ ਕਰਕੇ ਸਤਿਗੁਰ ਰਾਮਦਾਸ ਕੇ ਦੁਆਰੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਆਏ। ਪ੍ਰਵੇਸ਼ੇ ਦਰਸ਼ਨ ਪਾਇਓ, ਆ ਪ੍ਰਵੇਸ਼ ਹੋਏ, ਸਤਿਗੁਰੂ ਦੇ ਦਰਸ਼ਨ ਕੀਤੇ ਹਨ। ਕਰੀ ਬੰਦਨਾ ਸੀਸ ਨਿਵਾਇਓ, ਮਹਾਰਾਜ ਨੂੰ ਬੰਦਨਾ ਕੀਤੀ, ਸਿਰ ਨਿਵਾਇਆ ਹੈ। ਜੁਗ ਕਰ ਜੋਰ ਤੇ ਅਰਜ ਬਖਾਨੀ, ਦੋਵੇਂ ਹੱਥ ਜੋੜਦਿਆਂ ਇਹਨਾਂ ਗੁਰਸਿੱਖਾਂ ਵੀ ਬੇਨਤੀ ਕੀਤੀ। ਦਿਓ ਉਪਦੇਸ਼ ਦਾਸ ਨਿਜ ਜਾਨੀ, ਮਹਾਰਾਜ ਆਪਣੇ ਦਾਸ ਜਾਣ ਕੇ ਸਾਨੂੰ ਵੀ ਉਪਦੇਸ਼ ਦੇਵੋ ਜੀ। ਹਾਂ ਗ੍ਰਸਤ ਮੈਂ ਕਰਮ ਕਮਾਵੇ, ਮਹਾਰਾਜ ਕਹਿੰਦੇ ਅਸੀਂ ਗ੍ਰਸਤੀ ਜੀਵਨ ਵਿੱਚ ਗੁਰੂ ਨੂੰ ਕਹਿਣ ਲੱਗੇ, ਸਤਿਗੁਰਾਂ ਨੂੰ ਕਿ ਮਹਾਰਾਜ ਗ੍ਰਸਤੀ ਜੀਵਨ ਵਿੱਚ ਰਹਿ ਕੇ ਕਰਮ ਕਮਾਉਂਦੇ ਹਾਂ। ਜਿਸ ਤੇ ਹਮ ਸਿੱਖੀ ਪਦ ਪਾਵੇ, ਰਹਿ ਗ੍ਰਸਤ ਮਹਿ ਕਰਮ ਕਮਾਵੇ। ਕੈਸੀ ਕਿਰਪਾ ਕਰੋ ਗ੍ਰਸਤ ਵਿੱਚ ਵੀ ਰਹੀਏ, ਐਸੇ ਕਰਮ ਕਰੀਏ ਜਿਸ ਤੇ ਸਿੱਖੀ ਪਦ ਹਮ ਪਾਵੇ। ਜਿਸ ਕਰਕੇ ਮਹਾਰਾਜ ਸਾਨੂੰ ਸਿੱਖੀ ਪਦ ਦੀ ਪ੍ਰਾਪਤੀ ਹੋ ਜਾਵੇ। ਬਸਹਿ ਆਵਾਸ ਉਦਾਸੀ ਪਾਏ, ਇਉਂ ਮਹਾਰਾਜ ਜੀ ਘਰ ਦੇ ਵਿੱਚ ਹੀ ਵਾਸ ਨਾਮ ਕਰਦਾ ਹੈ। ਘਰ ਵਿੱਚ ਹੀ ਵਸਦਿਆਂ ਉਦਾਸੀ ਭਾਵ ਸੁਰਤੀ ਜਿਹੜੀ ਹੈ ਉਹ ਕੁਟੰਬਰ ਘਰ ਤੋਂ ਉੱਪਰ ਹੋ ਜੇ, ਉਹਨੂੰ ਉਦਾਸੀਨ। ਇਸ ਤਰ੍ਹਾਂ ਬਿਰਤੀ ਸਾਡੀ ਹੋ ਜਾਵੇ। ਦਿਨ ਪ੍ਰਤ ਔਰਤੇ ਕਰ, ਦਿਨ ਪ੍ਰਤ ਔਰਤੇ ਭਰਮ ਮਿਟਾਏ। ਦਿਨ ਪ੍ਰਤੀ ਦਿਨ ਮਹਾਰਾਜ ਜੀ ਜਿਹੜਾ ਹਿਰਦੇ ਦਾ ਭਰਮ ਹੈ ਉਹ ਸਤਿਗੁਰੂ ਜੀ ਸਾਡਾ ਮਿਟ ਜਾਵੇ। ਸ੍ਰੀ ਗੁਰੂ ਰਾਮਦਾਸ ਉਪਕਾਰੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਰਉਪਕਾਰ ਕਰਦਿਆਂ ਹੋਇਆਂ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਦਿੰਦਿਆਂ ਗੁਰੂ ਸਾਡੇ ਤੇ ਪਰਉਪਕਾਰ ਕਰਦਾ ਹੈ ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਬਾਣੀ ਕਰੁਣਾ ਠਾਨ ਉਚਾਰੀ, ਕਿਰਪਾ ਕਰਦਿਆਂ ਹੋਇਆਂ ਸਤਿਗੁਰਾਂ ਨੇ ਬਾਣੀ ਬਚਨ ਕਹੇ। ਜਿਮ ਨਿਸ ਦਿਨ ਘਰ ਕਾਜ ਸੁਧਾਰੇ, ਜਿਵੇਂ ਭਾਈ ਦਿਨ ਰਾਤ ਤੁਸੀਂ ਆਪਣੇ ਘਰ ਦੇ ਕੰਮਾਂ 'ਚ ਲੱਗੇ, ਘਰ ਦੇ ਕੰਮਕਾਰ ਸਵਾਰਦੇ ਹੋ, ਹਰ ਕਾਰਜ ਨੂੰ ਸੁਧਾਰਦੇ ਹੋ। ਇਸ ਗਹੁ ਕਬਹੁ ਨ ਲਾਗੈ ਹੈ ਪਿਆਰੇ, ਤੇ ਪਰ ਇਹ ਜਾਣ ਲਓ ਕਿ ਇਹ ਜਿਵੇਂ ਭਾਈ ਇਸ ਗਹੁ ਕਬਹੁ ਨ ਲਾਗੈ, ਦੇਖੋ ਇਹਨੂੰ ਤੁਸੀਂ ਕਦੇ ਵੀ ਛੱਡਦੇ ਨਹੀਂ, ਪਕੜ ਕੇ ਰੱਖਦੇ ਹੋ। ਇਸ ਗਹੁ ਕਬਹੁ ਨਾ ਕਹਿੰਦੇ, ਹਾਂ ਤਿਆਗੋ ਕਬਹੁ ਨ ਲਾਗੈ ਪਿਆਰੇ, ਕਹਿੰਦੇ ਉਹਨੂੰ ਕਦੇ ਤਿਆਗਦੇ ਨਹੀਂ। ਤਿਆਗੋ ਕਬਹੁ ਨ ਲਾਗੈ ਪਿਆਰੇ, ਕਦੇ ਤਿਆਗਦੇ ਨਹੀਂ, ਛੱਡਦੇ ਨਹੀਂ, ਕਿਉਂਕਿ ਪਿਆਰਾ ਲੱਗਦਾ ਹੈ।
ਤਥਾ ਪਿਆਰ ਧਾਰੋ ਗੁਰਬਾਣੀ। ਇਸੇ ਤਰ੍ਹਾਂ ਹੀ ਭਾਈ ਗੁਰੂ ਦੀ ਬਾਣੀ ਨਾਲ ਵੀ ਪ੍ਰੇਮ ਰੱਖੋ, ਪਿਆਰ ਧਾਰੋ। ਪਠਨ ਸੁਨਨ ਕੀਜੈ ਰੁਚ ਠਾਨੀ। ਗੁਰਬਾਣੀ ਪੜਨ ਸੁਣਨ ਦੇ ਵਿੱਚ ਆਪਣੀ ਰੁਚੀ ਪੈਦਾ, ਪ੍ਰੇਮ ਧਾਰੋ। ਧਰੋ ਅਰਥ ਉਪਦੇਸ਼, ਧਰਿਓ ਅਰਥ ਉਪਦੇਸ਼ ਮਝਾਰਾ। ਜੋ ਗੁਰਬਾਣੀ ਦੇ ਵਿੱਚ, ਸ਼ਬਦ ਦੇ ਵਿੱਚ ਉਪਦੇਸ਼ ਅਰਥ ਧਰਿਆ ਹੈ, ਜੋ ਭਾਈ ਉਹ ਗੁਰਬਾਣੀ ਅਰਥ ਕੀ ਕਹਿੰਦੇ ਹੈ, ਬਾਰ ਬਾਰ ਔਰ ਕਰੋ ਵਿਚਾਰਾ। ਇਹ ਬਾਰ ਬਾਰ ਆਪਣੇ ਹਿਰਦੇ ਵਿੱਚ ਵਿਚਾਰ ਕਰੋ ਅਰਥ ਸੁਣ ਕੇ। ਕਿਆ ਗੁਰ ਕਹੈ ਕਰੈ ਹਮ ਕਹਾਂ, ਕਿ ਗੁਰੂ ਸਾਹਿਬ ਕੀ ਕਹਿੰਦੇ ਐ, ਅਸੀਂ ਕੀ ਕਰਦੇ ਹਾਂ। ਸਨੈ ਸਨੈ ਮੋਰੋ ਮਨ ਮਹਾ। ਹੌਲੀ ਹੌਲੀ ਫਿਰ ਆਪਣੇ ਮਨ ਨੂੰ ਗੁਰੂ ਮਹਾਰਾਜ ਦੇ ਉਪਦੇਸ਼ ਵੱਲ ਨੂੰ ਮੋੜੋ। ਜੇ ਗਲਤ ਪਾਸੇ ਮਨ ਨੂੰ ਹੌਲੀ ਹੌਲੀ ਸਮਝਾਉਂਦੇ ਆ, ਮਹਾਰਾਜ ਜੀ ਕਹਿੰਦੇ ਭਾਈ ਇਹਨੂੰ ਫਿਰ ਮਨ ਨੂੰ ਮੋੜ ਲਓ। ਗੁਰਮਤਿ ਕੋ ਤੁਮ ਧਾਰੋ ਧਿਆਨ। ਇਉਂ ਗੁਰੂ ਦੀ ਮੱਤ, ਗੁਰੂ ਉਪਦੇਸ਼ ਦਾ ਹਮੇਸ਼ਾ ਧਿਆਨ ਧਾਰੋ। ਅੰਮ੍ਰਿਤ ਵੇਲੇ ਪੁੰਨ ਮਹਾਨ। ਅੰਮ੍ਰਿਤ ਵੇਲੇ ਉਠੋ, ਬਹੁਤ ਵੱਡਾ ਪੁੰਨ ਪ੍ਰਾਪਤ ਹੁੰਦਾ ਹੈ। ਗੁਰਬਾਣੀ ਕੋ ਕਰੋ ਉਚਾਰਨ। ਫਿਰ ਗੁਰਬਾਣੀ ਪੜੋ। ਗੁਰੂ ਸਾਹਿਬ ਨੇ ਜੋ ਸਾਨੂੰ ਹੁਕਮ ਕੀਤਾ ਹੈ, ਮਿਲ ਸਿੱਖਣ ਤੇ ਅਰਥ ਵਿਚਾਰਨ। ਭਾਈ ਗੁਰਸਿੱਖਾਂ ਨਾਲ ਮਿਲ ਕਰਕੇ ਗੁਰਬਾਣੀ ਦੇ ਅਰਥ ਵਿਚਾਰਿਆ ਕਰੋ। ਜਿਉ ਤੁਰੰਗ ਕੋ ਦੇਹ ਮਸਾਲਾ। ਮਹਾਰਾਜ ਕਹਿੰਦੇ ਦੇਖੋ, ਜਿਵੇਂ ਘੋੜੇ ਨੂੰ ਮਸਾਲਾ ਦੇ ਦੇਈਦਾ ਨਾ, ਤੇ ਜਿਹੜੇ ਘੋੜੇ ਰੱਖਦੇ ਆ ਇੱਕ ਵਿਸ਼ੇਸ਼ ਤਰ੍ਹਾਂ ਦਾ ਮਸਾਲਾ ਤਿਆਰ ਕਰਦੇ ਆ, ਤੇ ਉਹ ਘੋੜੇ ਨੂੰ ਦੇਖ ਕੇ ਉਹਨੂੰ ਕਾਜਾ ਪਾ ਦਿੰਦੇ ਆ ਮੂੰਹ ਤੇ, ਤਾਂ ਕਿ ਉਹ ਬਾਹਰ ਨਾ ਕੱਢ ਸਕੇ, ਅੰਦਰ ਜਾਵੇ। ਤੇ ਉਹਦਾ ਜਿਹੜਾ ਘੋੜੇ ਨੂੰ ਦੇਣਾ ਜ਼ਰੂਰੀ ਬਣ ਜਾਂਦਾ, ਜਿਹੜੇ ਪਾਲਦੇ ਨੇ। ਮਹਾਰਾਜ ਕਹਿੰਦੇ ਜਿਉਂ ਤੁਰੰਗ ਕੋ ਦੇਹ ਮਸਾਲਾ, ਜਿਵੇਂ ਘੋੜੇ ਨੂੰ ਮਸਾਲਾ ਦਿੰਦੇ ਹਨ। ਬਹੁਰ ਕਰੇ ਕਾਜੈ ਚਿਰ ਕਾਲ। ਤੇ ਫਿਰ ਭਾਈ ਜਿਹੜਾ ਹੈ ਚਿਰਕਾਲ ਕਾਜ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਹੁਰ ਕਰੋ ਕਾਜੈ ਚਿਰ ਕਾਲਾ। ਤੇ ਇਹ ਭਾਈ ਜਿਹੜਾ ਹੈ ਚਿਰਕਾਲ, ਜਿਵੇਂ ਉਹਦੇ ਕਾਜਾ ਮੂੰਹ ਚ ਪਾ ਦਿੰਦੇ ਆ, ਇਸੇ ਤਰ੍ਹਾਂ ਜਿਹੜਾ ਹੈ ਕਾਜਾ ਕਰਨਾ ਹੈ। ਮਾਰ ਭਾਵ ਕੇ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ, ਇਹਨੂੰ ਕਮਾਉਣਾ ਘੋੜੇ ਨੂੰ। ਜਿਸ ਤਰ੍ਹਾਂ ਕਾਜਾ ਦੇ ਦਿੰਦੇ, ਕਾਜਾ ਕਰਨੇ ਤਾਂ ਕਿ ਮਸਾਲਾ ਕੱਢ ਨਾ ਸਕੇ। ਜਿਹੜਾ ਗੁਰੂ ਦਾ ਉਪਦੇਸ਼ ਹੈ, ਇਹਨੂੰ ਆਪਣੇ ਅੰਦਰ ਧਾਰਨ ਕਰਨਾ, ਤਾਂ ਕਿ ਇਹ ਨਾ ਹੋਵੇ ਇੱਕ ਪਾਸੇ ਸੁਣਿਆ ਤੇ ਦੂਜੇ ਪਾਸੇ ਨਿਕਲ ਗਿਆ, ਫੇਰ ਨਹੀਂ ਕੁਛ ਅਸਰ ਹੁੰਦਾ ਹੈ। ਤਬ ਹੈ ਰੋਗੀ ਹੋਏ ਨਰੋਆ। ਜਿਹੜਾ ਫਿਰ ਘੋੜਾ ਹੈ ਨਾ, ਉਹ ਕਹਿੰਦੇ ਫਿਰ ਉਹਦੇ ਜਿਹੜਾ ਅੰਦਰ ਰੋਗ ਹੋ ਜਾਂਦਾ ਹੈ। ਘੋੜੇ ਨੂੰ ਕਈ ਦਵਾਈਆਂ ਰਲਾ ਕੇ ਮਸਾਲਾ ਦਿੰਦੇ ਆ, ਜਿਹੜਾ ਉਹ ਫਿਰ ਰੋਗੀ ਹੋ ਜਾਂਦਾ, ਨਵਾਂ ਨਰੋਆ ਰਹਿੰਦਾ ਉਹਨੂੰ। ਇੱਕ ਤਾਂ ਫਰੇਮਾ ਘੋੜੇ ਦਾ ਹਾਜ਼ਮਾ ਸਹੀ ਰਹਿੰਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਰੋਗੀ ਜਿਹੜਾ ਹੈ, ਵੈਵਾਦੀ ਰੋਗੀ ਹੈ, ਉਹ ਨਰੋਆ ਹੋ ਜਾਂਦਾ ਹੈ। ਸਭ ਸਰੀਰ ਕੀ ਬੈ ਕੋ ਖੋਵਾ। ਸਾਰੇ ਸਰੀਰ ਦੀ ਵੈਵਾਦੀ ਉਹ ਖਤਮ ਹੋ ਜਾਂਦੀ ਹੈ। ਤਿਮ ਸਤ ਗੁਰ ਕੋ ਕਰਬੇ ਧਿਆਨ। ਇਸੇ ਤਰ੍ਹਾਂ ਭਾਈ ਸਤਿਗੁਰੂ ਦਾ ਜਿਹੜਾ ਧਿਆਨ ਧਰਨਾ ਹੈ। ਹਿਰਦੇ ਧਾਰੋ ਪ੍ਰੇਮ ਮਹਾਨ। ਔਰ ਹਿਰਦੇ ਦੇ ਵਿੱਚ ਮਹਾਨ ਪ੍ਰੇਮ ਧਾਰਨ ਕਰੋ। ਸਿਮਰੈ ਵਾਹਿਗੁਰੂ ਸਤਨਾਮ। ਤੇ ਵਾਹਿਗੁਰੂ ਸਤਨਾਮ ਦਾ ਸਿਮਰਨ ਕਰੋ। ਤਬ ਨਾਸੈ ਹੋਮੈ ਵਡ ਅੰਮ। ਫਿਰ ਭਾਈ ਜਿਹੜੀ ਹੋਮੇ ਹੈ, ਵੱਡੀ ਹੋਮੇ ਅੰਦਰ ਦੀ, ਇਹ ਦੂਰ ਹੋ ਜਾਂਦੀ ਹੈ। ਮਨ ਤੋ ਰੰਗ ਬੜ ਸੁਧਤਾ ਪਾਵੈ। ਫਿਰ ਇਹ ਮਨ ਰੂਪੀ ਘੋੜਾ ਵੱਡੀ ਪਵਿੱਤਰਤਾ ਪਾ ਲੈਂਦਾ ਹੈ।
ਗੁਰ ਅਨੁਸਾਰੀ ਹੋਏ ਥਿਰ ਤਾਵੈ। ਤੇ ਗੁਰੂ ਦਾ ਅਨੁਸਾਰੀ ਹੋ ਕਰਕੇ ਫਿਰ ਇਹ ਟਿਕ ਜਾਂਦਾ ਹੈ। ਪਾਇਨ ਵਿਚਰਤ ਸਿਮਰੋ ਨਾਮੂ। ਇਸ ਤਰ੍ਹਾਂ ਭਾਈ ਵਿਚਰਦਿਆਂ ਹੋਇਆਂ ਪਰਮੇਸ਼ਰ ਦਾ ਨਾਮ, ਪਾਇਨ ਵਿਚਰਤ, ਪੈਰਾਂ ਨਾਲ ਜਦੋਂ ਵੀ ਤੁਰ ਫਿਰ ਕੇ ਜਾਣੇ ਨਾਮ ਜਪੋ। ਹੱਥ ਨ ਕਰੋ ਕਾਜ ਸ਼ੁਭ ਧੰਮ। ਤੇ ਹੱਥਾਂ ਦੇ ਨਾਲ ਸ਼ੁਭ ਕਾਰਜ ਕਰੋ। ਊਠਤ ਬੈਠਤ ਜਾਗਤ ਸੋਵਤ। ਉੱਠਦੇ ਬਹਿੰਦੇ ਜਾਗਦੇ ਸੌਂਦੇ, ਸੁਣਤੇ ਸ਼ਰਵਨ ਬਿਲੋਚਨ ਜੋਵਤ। ਤੇ ਸੁਣਤੇ ਹੋਏ ਭਾਈ ਸੁਣਦੇ ਕੰਨਾਂ ਨਾਲ, ਅੱਖਾਂ ਨਾਲ ਦੇਖਦੇ ਹੋਏ। ਹਿਰਦਾ ਧਰੋ ਸਤ ਗੁਰ ਸਤ ਸੰਗਾ। ਇਉਂ ਹਿਰਦੇ ਵਿੱਚ ਗੁਰੂ ਕਾ ਸਤਸੰਗ ਧਾਰਨ ਕਰੋ। ਅਪਰ ਕਿਰਿਆ ਕਰੀਐ ਸਭ ਅੰਗਾ। ਬਾਕੀ ਸਾਰੇ ਸਰੀਰ ਨਾਲ ਹੋਰ ਕੰਮ ਕਾਜ ਕਰਨਾ ਹੈ। ਜਿਮ ਸਿਰ ਘਟ ਦਾਰਾ ਚੱਲ ਜਾਵਤ। ਜਿਵੇਂ ਦੇਖੋ ਬੀਬੀਆਂ ਹਨ, ਸਿਰ ਤੇ ਘੜਾ ਰੱਖ ਕੇ ਤੁਰੀਆਂ ਜਾਂਦੀਆਂ। ਹਾਥ ਹਲਾਵਤ ਬਾਤ ਬਨਾਵਤ। ਹੱਥ ਵੀ ਹਿਲਾਉਂਦੀਆਂ, ਆਪਣੇ ਗੱਲਾਂ ਬਾਤਾਂ ਵੀ ਨਾਲ ਕਰਦੀਆਂ ਹਨ। ਤਉ ਘਟੇ ਸੋ ਮਨ ਹੈ ਜੁਰਿਓ। ਫਿਰ ਵੀ ਮਹਾਰਾਜ ਕਹਿੰਦੇ ਦੇਖੋ ਉਹਨਾਂ ਦਾ ਮਨ ਘੜੇ ਨਾਲ ਜੁੜਿਆ ਹੁੰਦਾ ਹੈ। ਗਿਰੈ ਨ ਡੋਲੈ ਰਹਿ ਸੋ ਧਰਿਓ। ਕਿ ਕਿਤੇ ਡਿੱਗ ਨਾ ਜਾਵੇ, ਇਸ ਕਰਕੇ ਉਹ ਨਾ ਘੜਾ ਡਿੱਗਦਾ ਨਾ ਡੋਲਦਾ, ਉਵੇਂ ਸਿਰ ਤੇ ਧਰਿਆ ਰਹਿੰਦਾ। ਪੁਰਾਣੇ ਸਮਿਆਂ ਵਿੱਚ ਖੂਹਾਂ ਤੋਂ ਪਾਣੀ ਲੈ ਕੇ ਆਉਂਦੀਆਂ ਬੀਬੀਆਂ ਘੜੇ ਸਿਰ ਤੇ ਰੱਖ ਕੇ ਬਾਹਾਂ ਮਾਰਦੀਆਂ, ਗੱਲਾਂ ਬਾਤਾਂ ਕਰਦੀਆਂ ਤੁਰਿਆਂ ਨੇ, ਪਰ ਗਹਿਰਾ ਭਾਵ ਘੜੇ ਵਿੱਚ ਜੁੜਿਆ ਹੁੰਦਾ ਸੀ ਸੁਰਤੀ ਦਾ, ਉਹ ਨਹੀਂ ਸੀ ਡੋਲਦਾ। ਇਮ ਬ੍ਰਿਤ ਨਿਸ਼ਚਲ ਕਰ ਸੁਖ ਪਾਵਹੁ। ਇਸ ਤਰ੍ਹਾਂ ਜਿਹੜੀ ਬਿਰਤੀ ਹੈ ਭਾਈ, ਉਹਨੂੰ ਅਚਲ ਕਰਕੇ ਸੁੱਖ ਦੀ ਪ੍ਰਾਪਤੀ ਕਰੋ। ਅੰਤ ਕਾਲ ਕੈਵਲ ਹੋਏ ਜਾਵਹੁ। ਤਾਂ ਅੰਤ ਕਾਲ ਕੈਵਲ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ, ਭੇਦ ਹੋ ਜਾਵੋਗੇ। ਸ੍ਰੀ ਗੁਰੂ ਰਾਮਦਾਸ ਉਪਦੇਸ਼। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਉਪਦੇਸ਼। ਚਾਰੋ ਸਿੱਖ ਕਮਾਏ ਹਮੇਸ਼। ਚਾਰੇ ਸਿੱਖਾਂ ਨੇ ਭਾਈ ਸਦਾ ਵਾਸਤੇ ਕਮਾਇਆ। ਜੀਵਨ ਮੁਕਤੀ ਪ੍ਰਥਮਹਿ ਪਾਈ। ਇਹ ਸਾਰਿਆਂ ਨੇ ਭਾਈ ਪਹਿਲਾਂ ਪ੍ਰਥਮੇ ਸਭ ਤੋਂ ਪਹਿਲਾਂ ਜੀਵਨ ਮੁਕਤੀ ਦੀ ਪ੍ਰਾਪਤੀ ਕਰ ਲਈ। ਪੁਨ ਅੰਤਹਿ ਗੁਰਪੁਰ ਪਹੁੰਚਾਈ। ਤੇ ਫਿਰ ਅੰਤ ਨੂੰ ਸਰੀਰ ਛੱਡਿਆ, ਗੁਰੂਪੁਰੀ ਵਿੱਚ ਪਹੁੰਚ ਗਏ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਚੌਥੇ ਮਹੱਲੇ ਭਾਵ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਪ੍ਰਸੰਗਾਂ ਦਾ ਸਿੱਖਾਂ ਨੂੰ ਉਪਦੇਸ਼ ਪ੍ਰਸੰਗ ਵਰਣਨ, ਜੋ ਸਿੱਖਾਂ ਨੂੰ ਉਪਦੇਸ਼ ਦੇਣ ਦਾ ਇਹ ਪ੍ਰਸੰਗ ਵਰਣਨ ਕੀਤਾ ਹੈ। ਨਾਮ ਚਤੁਰਥੋ ਮੰਦਰ ਹੈ। ਇਹ ਭਾਈ ਚੌਥੇ ਘਰ ਦਾ ਪ੍ਰਸੰਗ ਹੈ। ਦੋਹਰਾ ਸਿੱਧੂ ਕੁਲ ਮਹਿ ਜਾਟ ਇੱਕ, ਭੁੱਲਰੀਏ ਸ਼ੁਭ ਗੋਤ। ਤੇ ਉਹ ਸਿੱਧੂ ਕੁਲ ਦੇ ਵਿੱਚ ਇੱਕ ਭਾਈ ਜੱਟ ਪਰਿਵਾਰ ਦੇ ਵਿੱਚੋਂ ਜਿਹੜਾ ਹੈ, ਇਹ ਭੁੱਲਰਾਂ ਦਾ ਵੀ ਇਲਾਕਾ ਇਹ ਸਾਰਾ, ਜਿਹੜਾ ਸ਼ੁਭ ਗੋਤ ਸੀ। ਇਧਰ ਇਹਨਾਂ ਇਲਾਕਿਆਂ ਵਿੱਚ ਮਾਲਵੇ ਦੀ ਧਰਤੀ ਭੁੱਚੋ ਨਗਰ ਹੈ। ਸਿੱਧੂ ਕੁਲ ਦੇ ਵਿੱਚ ਜੱਟ ਪਰਿਵਾਰ ਚੋਂ ਆਦਮ ਜਿਸ ਕੋ ਨਾਮ ਹੈ, ਘਰ ਸੰਤਤ ਨਹਿ ਹੇਤ। ਜਿਹਦਾ ਨਾਂ ਸੀ ਭਾਈ ਆਦਮ, ਉਹਦੇ ਘਰ ਕੋਈ ਸੰਤਾਨ ਨਹੀਂ ਸੀ। ਸਵਈਆ ਕਰ ਹੈ ਕ੍ਰਿਕ ਕਾਰ ਭਲੀ ਪ੍ਰਕਾਰ ਸੋ। ਇਉਂ ਭਾਈ ਖੇਤੀਬਾੜੀ ਉਹ ਆਪਣੀ ਕਰਦਾ ਭਲੀ ਪ੍ਰਕਾਰ। ਦਰਬ ਉਦਾਰ ਅਤੀ ਸੁਖਵੰਦਾ। ਤੇ ਇਉਂ ਚੰਗਾ ਮਹਾਨ, ਬਹੁਤ ਉਹਦੇ ਕੋਲੇ ਧਨ ਹੈ, ਚੰਗਾ ਸੁਖਦਾਇਕ ਜੀਵਨ ਹੈ। ਨੰਦਨ ਹੋਵਨ ਕੋ ਚਿਤ ਵੈ ਬਹੁ। ਇਉਂ ਪਰ ਪੁੱਤਰ ਨਹੀਂ ਹੋਇਆ, ਬਹੁਤ ਚਿਤਵਨੀ ਉਹਦੇ ਮਨ ਵਿੱਚ ਹੈ। ਕਾਲ ਬਿਤੇ ਇਸ ਚਿੰਤ ਅਮੰਦਾ।
ਲਗਾਤਾਰ ਇਸੇ ਚਿੰਤਾ ਵਿੱਚ ਸਮਾਂ ਬੀਤਦਾ ਗਿਆ। ਬੀਤ ਗਈ ਉਮਰਾ ਬਹੁਆ ਬਿਦ, ਇਸੇ ਤਰ੍ਹਾਂ ਉਹਦੀ ਉਮਰ ਵੀ ਬਹੁਤ ਲੰਘ ਗਈ। ਸੰਤਤ ਨਾਹੇ ਭਈ ਸੁਖ ਕੰਦਾ, ਉਹਦੇ ਭਾਈ ਜਿਹੜੀ ਸੁਖ ਦੇਣ ਵਾਲੀ ਸੰਤਾਨ ਨਾ ਪੈਦਾ ਹੋਈ। ਪੀਰ ਵਿਸਾਲ ਫਕੀਰਨ ਜਾਲ, ਬਹੁਤ ਪੀਰਾਂ ਤੇ ਸਭ ਫਕੀਰਾਂ ਨੂੰ ਰਹਿਓ ਸਭ ਸੇਵਤ ਭਾਵ ਸੋ ਬਰਿੰਦਾ। ਇਉਂ ਭਾਈ ਸਭ ਨੂੰ ਸੇਵਦਾ ਰਹਿਆ ਬਹੁਤ ਹੀ ਭਾਵਨਾ ਤੇ ਪ੍ਰੇਮ ਨਾਲ। ਚੌਪਈ ਸੇਵਾ ਕਰਤ ਰਹਿਓ ਚਿਰ ਕਾਲਾ, ਬਹੁਤ ਸਮਾਂ ਸਭ ਆਏ ਦੀ ਸੇਵਾ ਕਰਦਾ ਰਿਹਾ ਸਾਧੂ ਸੰਤਾਂ ਦੀ। ਸੰਤਤ ਕੀ ਅਭਿਲਾਖ ਵਿਸਾਲਾ, ਤੇ ਅੰਦਰ ਅਭਿਲਾਸ਼ਾ ਬਹੁਤ ਵੱਡੀ ਸੰਤਾਨ ਦੀ ਹੈ। ਕਿਹਤੇ ਪ੍ਰਾਪਤ ਭਈ ਸੋ ਨਾਹੀ, ਪਰ ਕਿਤੋਂ ਵੀ ਇਹਨੂੰ ਸੰਤਾਨ ਪੁੱਤਰ ਪ੍ਰਾਪਤੀ ਨਾ ਹੋਈ। ਚਿੰਤਾ ਚਿਤਵਤ ਬਹੁ ਚਿਤ ਮਾਹੀ, ਇਉਂ ਚਿੱਤ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਚਿਤਵਨੀਆਂ ਕਰਦਾ ਹੈ। ਕੋ ਇੱਕ ਮਿਲਿਓ ਸਿੱਖ ਜਬ ਗੁਰ ਕੋ, ਕੋਈ ਐਸਾ ਗੁਰਸਿੱਖ ਇਹਨੂੰ ਇਸ ਏਰੀਏ ਵਿੱਚ ਮਿਲਿਆ ਹੈ। ਤੇ ਕੋ ਕਹਿਓ ਮਨੋਰਥ ਔਰ ਕੋ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗੁਰਸਿੱਖ ਜਾਂਦੇ ਹੁੰਦੇ ਸੀ। ਜੋ ਨਗਰ ਪੁੱਚੋ ਵਿੱਚ ਗਿਆ ਪ੍ਰਚਾਰ ਲਈ, ਤੇ ਉਸ ਨੂੰ ਇਹ ਭਾਈ ਆਦਮ ਸਿੱਧੂ ਜੱਟ ਆਪਣੇ ਮਨ ਦਾ ਮਨੋਰਥ ਦੱਸਿਆ। ਨੀਕੇ ਕੀਨੇ ਅਨਕ ਉਪਾਏ, ਦੱਸਿਆ ਮੈਂ ਬਹੁਤ ਚੰਗੇ ਅਨੇਕਾਂ ਐਸੇ ਉਪਾਅ ਕੀਤੇ ਹਨ। ਪ੍ਰਾਪਤ ਪੁੱਤਰ ਨ ਮੁਝ ਕਿਸ ਥਾਏ, ਪਰ ਕਿਸੇ ਜਗ੍ਹਾ ਤੋਂ ਸਿੱਖਾ ਮੈਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੋਈ। ਸੁਣ ਕੇ ਸਿੱਖ ਕੀਨ ਸੇ ਉਪਦੇਸ਼, ਤਾਂ ਉਹ ਸਿੱਖ ਨੇ ਸੁਣ ਕਰਕੇ ਇਹਨੂੰ ਉਪਦੇਸ਼ ਦਿੱਤਾ। ਮਾਨੋ ਮੇਰੋ ਕਹਿਓ ਅਸੇਸ, ਭਾਈ ਆਦਮ ਹੈ ਸਿੱਧੂ ਜੱਟ, ਆਦਮ ਮੇਰਾ ਕਿਹਾ ਹੋਇਆ ਫਿਰ ਵਿਸ਼ੇਸ਼ ਤੌਰ ਤੇ ਮਨ। ਸ੍ਰੀ ਨਾਨਕ ਭੇਜ ਅਗੇ ਅਵਤਾਰ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਜਗਤ ਦੇ ਵਿੱਚ ਬ੍ਰਹਮ ਅਵਤਾਰ ਹੋਏ। ਨਿਰੰਕਾਰ ਕੇ ਬਨੇ ਆਕਾਰ, ਜੋ ਇਹ ਜਾਣ ਲੋ ਨਿਰਾਕਾਰ ਨਿਰੰਕਾਰ ਨੇ ਹੀ ਆਪਣਾ ਆਕਾਰ ਬਣਾਇਆ। ਤਿੰਨ ਪਾਛੇ ਗੋਰੇ ਅੰਗਦ ਭਇਓ, ਉਹਨਾਂ ਤੋਂ ਬਾਅਦ ਫਿਰ ਦੂਜੀ ਜਗ੍ਹਾ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਹੋਏ। ਅਮਰਦਾਸ ਪੁਨ ਤਿਸ ਥਲ ਥਇਓ, ਫਿਰ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੀ ਗੁਰਤਾ ਗੱਦੀ ਤੇ ਬਿਰਾਜੇ। ਤੀਨੋਂ ਪਾਤਸ਼ਾਹੋ ਕੇ ਪਾਛੇ, ਇਉਂ ਤੀਜੇ ਪਾਤਸ਼ਾਹ ਤਿੰਨਾਂ ਪਾਤਸ਼ਾਹੀਆਂ ਤੋਂ ਫਿਰ ਬਾਅਦ ਚਤਰਥ ਗੁਰੂ ਭਏ ਅਬ ਆਛੇ। ਹੁਣ ਭਾਈ ਸ਼ੁਭ ਤਰ੍ਹਾਂ ਦੇ ਨਾਲ ਚੌਥੇ ਪਾਤਸ਼ਾਹ ਬਿਰਾਜਮਾਨ ਹਨ ਗੁਰੂ ਸਾਹਿਬ ਜੀ। ਸਤਿਗੁਰ ਰਾਮਦਾਸ ਜਿਨ ਨਾਮ, ਜਿਨ੍ਹਾਂ ਦਾ ਨਾਮ ਸਤਿਗੁਰੂ ਰਾਮਦਾਸ ਜੀ ਹੈ। ਪੂਰਨ ਕਰਹਿ ਸੰਪੂਰਨ ਕਾਮ, ਉਹ ਸਾਰੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ। ਜਿੰਨੀਆਂ ਵੀ ਕਾਮਨਾਵਾਂ ਸਭ ਪੂਰੀਆਂ ਕਰ ਦਿੰਦੇ ਹਨ। ਕਰ ਸੇਵਾ ਤਿਨ ਕੀ ਅਬ ਜਾਏ, ਐ ਭਾਈ ਆਦਮ ਸਿੱਧੂ ਗੋਦ ਦਾ ਇਹ ਬਹੁਤ ਵੱਡਾ ਇਸ ਇਲਾਕੇ ਵਿੱਚ ਸੀ। ਜਾ ਭਾਈ ਗੁਰੂ ਸਾਹਿਬ ਦੀ ਜਾ ਕੇ ਸੇਵਾ ਕਰ। ਪੁੱਤਰ ਕਾਮਨਾ ਤਹਿ ਤੇ ਪਾਏ, ਉਹ ਪੁੱਤਰ ਦੀ ਕਾਮਨਾ ਤੈਨੂੰ ਉਹਨਾਂ ਤੋਂ ਪ੍ਰਾਪਤ ਹੋ ਜਾਵੇਗੀ। ਆਦਮ ਜਾਟ ਬਾਤ ਸਿੱਖ ਸੁਣ ਕੇ, ਇਹ ਆਦਮ ਨਾਂ ਦਾ ਜੱਟ ਉਸ ਸਿੱਖ ਦੀ ਗੱਲ ਸੁਣ ਕੇ ਬ੍ਰਿਧਾ ਅਵਸਥਾ ਆਪਣੀ ਗੁਣ ਕੈ, ਤੇ ਆਪਣੀ ਫਿਰ ਵਿਚਾਰ ਜੀ ਕੀਤੀ, ਬਿਰਧ ਅਵਸਥਾ ਹੋ ਗਈ ਹੈ। ਸੁਸਕ ਬ੍ਰਿਛ ਕੇ ਫਲ ਹੋਏ ਕੈਸੇ, ਇਹ ਸੁੱਕੇ ਬਿਰਛ ਨੂੰ ਭਲਾ ਕਿਵੇਂ ਫਲ ਲੱਗ ਸਕਦਾ ਹੈ। ਸੰਸੈ ਹੋਤ ਵਿਚਾਰ ਤੇ ਐਸੇ, ਇਹ ਸੰਸੇ ਖੜੇ ਹੋ ਗਏ ਇਹੋ ਜੀਆਂ ਵਿਚਾਰਾਂ ਕਰਦਾ। ਚਿਤਵਤ ਚਿਤ ਪੁਨੈ ਚਿਤ ਠਾਨੀ, ਚਿੱਤ ਦੇ ਵਿੱਚ ਚਿਤਵਨੀਆਂ ਫੇਰ ਬਾਰ-ਬਾਰ ਇਸ ਦੇ ਆਉਂਦੀਆਂ, ਫੇਰ ਮਨ ਵਿੱਚ ਠਾਣ ਲਿਆ
ਜੇ ਕਰਹੁ ਗੁਰ ਸੇਵ ਮਹਾਨੀ। ਵੀ ਚਲੋ ਜੇ ਗੁਰੂ ਸਾਹਿਬ ਦੀ ਮਹਾਨ ਸੇਵਾ ਕਰ ਵੀ ਲਵਾਂਗੇ, ਹੋਏ ਜੇ ਨਹੀਂ ਪੁੱਤਰ ਅਬ ਮੇਰਾ, ਤਾਂ ਜੇ ਮੇਰੇ ਹੁਣ ਕੋਈ ਪੁੱਤਰ ਨਾ ਵੀ ਹੋਇਆ, ਭਾਵੋਂ ਗਤ ਪਰਲੋਕ ਅਛੇਰੈ, ਫਿਰ ਵੀ ਸੇਵਾ ਤੇ ਨਹੀਂ ਨਾ ਬਾਂਝੀ ਜਾਂਦੀ। ਕਹਿੰਦੇ ਅੱਛੇ ਭਲੀ ਪ੍ਰਕਾਰ ਪਰਲੋਕ ਦੇ ਵਿੱਚ ਮੁਕਤੀ ਦੀ ਤਾਂ ਪ੍ਰਾਪਤੀ ਹੋਵੇਗੀ ਹੀ। ਇਉਂ ਮਨ ਠਾਨ ਸੰਗ ਲੇਦਾਰਾ, ਇਸ ਤਰ੍ਹਾਂ ਮਨ ਵਿੱਚ ਠਾਣ ਕੇ ਆਪਣੀ ਪਤਨੀ ਨੂੰ ਨਾਲ ਲਿਆ, ਗੁਰ ਕੀ ਸੇਵਾ ਹੇਤ ਪਧਾਰਾ। ਗੁਰੂ ਸਾਹਿਬ ਜੀ ਦੀ ਸੇਵਾ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਿਆ। ਕਰੀ ਦੂਰ ਤੇ ਬੰਧਨ ਜਾਏ, ਜਾ ਕੇ ਗੁਰੂ ਸਾਹਿਬ ਨੂੰ ਦੂਰੋਂ ਨਮਸਕਾਰ ਕੀਤੀ। ਸੰਗਤ ਬਿਖੈ ਰਹਿਓ ਘਰ ਥਾਏ, ਤੇ ਸੰਗਤ ਵਿੱਚ ਭਾਈ ਇਹ ਜਗ੍ਹਾ ਬੈਠ ਗਿਆ। ਕਾਸ਼ਟ ਸੁਸ਼ਕ ਭਾਰ ਧੋਏ ਆਨੇ, ਸੇਵਾ ਕਰਨ ਲੱਗਿਆ ਲੱਕੜਾਂ ਸੁੱਕੀਆਂ 2 ਪੰਡਾਂ ਲਿਆਉਂਦਾ ਹੈ। ਇੱਕ ਤੋ ਰਾਖੇ ਆਪਨ ਟਿਕਾਨੇ, ਇੱਕ ਪੰਡ ਜਿਹੜੀ ਉਹ ਆਪਣਾ ਟਿਕਾਣਾ ਬਣਾਇਆ ਸੀ ਇੱਕ ਪਾਸੇ ਇਕੱਠੀ ਕਰਕੇ ਰੱਖਦਾ ਹੈ। ਦੇਗ ਗੁਰੂ ਕੀ ਹੋਵਤ ਜਹਿਵਾ, ਫਿਰ ਜਿੱਥੇ ਗੁਰੂ ਕਾ ਲੰਗਰ ਤਿਆਰ ਹੁੰਦਾ ਹੈ। ਦੂਸਰ ਭਾਰ ਦੇਤ ਭਾ ਤਹਿਵਾ, ਦੂਜੀ ਪੰਡ ਜਿਹੜੀ ਉੱਥੇ ਲਿਆ ਕਰਕੇ ਦੇ ਦਿੰਦਾ ਹੈ। ਆਪਨ ਪਾਸ ਤੇ ਕਰਤ ਆਹਾਰ, ਇਉਂ ਇਸ ਤਰ੍ਹਾਂ ਇਹ ਆਪਣੇ ਕੋਲੋਂ ਆਹਾਰ ਕਰਦਾ, ਭਾਵ ਭੋਜਨ ਵੀ ਜੋ ਕਰਦਾ ਹੈ, ਰਾਸ਼ਨ ਪਾਣੀ ਮੰਗਾ ਕੇ ਫੇਰ ਇਹ ਕਰਦਾ ਹੈ। ਇਸ ਪ੍ਰਕਾਰ ਗੁਰ ਕੀ ਕਰ ਕਾਰ, ਇਸ ਤਰ੍ਹਾਂ ਗੁਰੂ ਮਹਾਰਾਜ ਦੇ ਦਰ ਦੀ ਸੇਵਾ ਕਰਦਾ ਰਿਹਾ। ਖਸਟ ਮਾਸ ਤਹਿ ਰਹਿਤ ਬਿਤਾਏ, 6 ਮਹੀਨੇ ਨੇ ਇੱਥੇ ਰਹਿ ਕੇ ਬਤੀਤ ਕੀਤੇ ਹਨ। ਸੇਵਹਿ ਸਤਿਗੁਰ ਹਿਤ ਚਿਤ ਲਾਏ, ਇਉਂ ਚਿੱਤ ਦਾ ਪ੍ਰੇਮ ਲਾ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ। ਏਕ ਸਮੇਂ ਗੁਰ ਵਹਿਰ ਸਿਧਾਏ, ਇੱਕ ਵਾਰੀ ਗੁਰੂ ਸਾਹਿਬ ਜੀ ਕਿਸੇ ਪਾਸੇ ਬਾਹਰ ਗਏ। ਕਿਤਕ ਦਿਵਸ ਬੀਤੇ ਤਹ ਆਏ, ਕੁਝ ਦਿਨ ਬਤੀਤ ਹੋਣ ਤੋਂ ਬਾਅਦ, ਭਾਵ ਕੋਈ ਦਿਨਾਂ ਬਾਅਦ ਵਾਪਸ ਮੁੜੇ ਸਤਿਗੁਰੂ ਰਾਮਦਾਸ। ਤਬ ਹੀ ਹੁਤੋ ਸੀਤ ਕੋ ਕਾਲ, ਉਸ ਸਮੇਂ ਭਾਈ ਸਿਆਲ ਦਾ ਸਮਾਂ ਸੀ, ਠੰਡ ਦਾ ਸਮਾਂ ਸੀ। ਅਰ ਬਰਖਾ ਭਈ ਤਹਾਂ ਵਿਸਾਲ, ਇੱਕ ਠੰਡ ਹੈ, ਇੱਕ ਮੀਂਹ ਵੀ ਬਹੁਤ ਪਿਆ ਹੈ। ਦੋਹਰਾ ਸੰਗਤ ਗੁਰ ਕੇ ਸੰਗ ਤਬ, ਹੁਤੀ ਬਹੁਤ ਤਹਿ ਆਏ। ਤੇ ਠੰਡ ਦਾ ਸਮਾਂ ਸੀ। ਉਸ ਸਮੇਂ ਜਦੋਂ ਸਤਿਗੁਰੂ ਜੀ ਵਾਪਸ ਆਏ, ਗੁਰੂ ਸਾਹਿਬ ਨਾਲ ਬਹੁਤ ਸੰਗਤ ਵੀ ਸੀ, ਜੋ ਬਹੁਤ ਉਸ ਜਗ੍ਹਾ ਸ੍ਰੀ ਅੰਮ੍ਰਿਤਸਰ ਪਹੁੰਚੀ ਹੈ। ਭਇਓ ਸੀਤ ਸਭ ਹੂਨ ਕੋ, ਸਿੱਖ ਮਿਲੇ ਸਮੁਦਾਇ। ਸਾਰਿਆਂ ਨੂੰ ਬਹੁਤ ਠੰਡ ਲੱਗ ਰਹੀ ਹੈ, ਬਹੁਤ ਸਿੱਖਾਂ ਦਾ ਇਕੱਠ ਹੋਇਆ ਹੈ। ਚੌਪਈ ਆਦਮ ਜਾਟ ਤਵੈ ਕਟ ਕਸ ਕੈ, ਇਹ ਭਾਈ ਆਦਮ ਜੱਟ ਫਿਰ ਉਸ ਸਮੇਂ ਕਾਟ ਕਸ ਕੇ ਲੱਕ ਬੰਨ ਕਰਕੇ, ਈਂਧਨ ਅਦਕ ਹੁਤੋ ਢਿਗ ਜਿਸ ਕੈ, ਜਿਹਦੇ ਕੋਲੇ ਬਹੁਤ ਲੱਕੜਾਂ ਜਿਹੜੀਆਂ ਉਹ ਇਕੱਠੀਆਂ ਕੀਤੀਆਂ ਹੋਈਆਂ ਸੀ। ਇੱਕ ਇੱਕ ਭਾਰ ਸਕੇਲਿਓ ਜੋਏ, ਇਹ ਜਿਹੜਾ ਇੱਕ ਇੱਕ ਪੰਡ ਇਕੱਠੀ ਕਰ ਕਰਕੇ, ਇੱਕ ਪੰਡ ਲੰਗਰ ਚ ਪਾ ਦੇਣੀ, ਇੱਕ ਪੰਡ ਜਮਾ ਕਰਕੇ ਰੱਖ ਲੈਣੀ। ਉਹ ਜਿਹੜਾ ਇਕੱਠਾ ਕੀਤਾ ਸੀ। ਸੰਗਤ ਬਿਖੈ ਦੇਤ ਭਾ ਸੋਏ, ਇਹਨੇ ਫਿਰ ਕੱਲੀ ਕੱਲੀ ਪੰਡ ਚੱਕੀ ਐ ਤੇ ਭਰੀਆਂ ਚੱਕ ਕੇ ਉਬਾਲਣ ਦੀਆਂ ਜਗ੍ਹਾ ਜਗ੍ਹਾ ਤੇ ਸੰਗਤਾਂ ਕੋਲ ਪਹੁੰਚਦੀਆਂ ਕਰ ਦਿੱਤੀਆਂ। ਲੱਗੋ ਅੰਗੀਠੇ ਸਭ ਕੇ ਡੇਰੇ, ਜਿੱਥੇ ਜਿੱਥੇ ਸੰਗਤਾਂ ਦਾ ਡੇਰਾ ਸੀ ਸਾਰੀ ਜਗ੍ਹਾ ਅੰਗੀਠੇ ਬਾਲ ਦਿੱਤੇ। ਮਿਟਿਓ ਸੀਤ ਭਾਇ ਆਨੰਦ ਕਨੇਰੇ, ਸਭ ਦੀ ਭਾਈ ਠੰਡ ਮਿਟੀ, ਬਹੁਤ ਆਨੰਦ ਪ੍ਰਾਪਤ ਹੋਇਆ। ਉੱਚੇ ਥਲ ਹੋਏ ਕਰ ਤਿਸ ਬਾਰੀ, ਉਸ ਸਮੇਂ
ਉੱਚੀ ਜਗ੍ਹਾ ਤੇ ਖੜ ਕਰਕੇ ਸਤਿਗੁਰ ਸੰਗਤ ਤਬੈ ਨਿਹਾਰੀ। ਗੁਰੂ ਸਾਹਿਬ ਨੇ ਸੰਗਤਾਂ ਦੇ ਵੱਲ ਨਿਗਾਹ ਮਾਰੀ ਹੈ। ਡੇਰੇ ਸਭਨ ਅੰਗੀਠੇ ਲਾਗੇ। ਮਹਾਰਾਜ ਕੀ ਵੇਖਦੇ ਐ? ਸਾਰਿਆਂ ਦੇ ਡੇਰੇ ਵਿੱਚ ਅੰਗੀਠੇ ਬਲ ਰਹੇ ਹਨ। ਵੱਡੋ ਪ੍ਰਕਾਸ਼ ਹੁਤਾਸਨ ਜਾਗੇ। ਇਸ ਤਰ੍ਹਾਂ ਵੱਡਾ ਚਾਨਣ ਹੈ, ਪ੍ਰਕਾਸ਼ ਹੈ। ਹੁਤਾਸਨ ਨਾਮ ਅਗਨੀ ਦਾ, ਅਗਨੀ ਜਗ ਰਹੀ ਹੈ। ਅੰਤਰਜਾਮੀ ਸਭ ਕਿਛ ਜਾਣੈ। ਅੰਤਰਜਾਮੀ ਸਤਿਗੁਰੂ ਜੋ ਸਾਰਾ ਕੁਝ ਜਾਣਦੇ ਹਨ। ਅਪਰ ਨਰਨ ਸਮ ਪੁੱਛਨ ਠਾਨੈ। ਪਰ ਹੋਰਾਂ ਲੋਕਾਂ ਦੇ ਵਾਂਗ ਮਹਾਰਾਜ ਉਸ ਭਾਵ ਨੂੰ ਛਪਾ ਕੇ ਪੁੱਛਣ ਲੱਗੇ। ਇਤਨੀ ਸਮਧਾ ਕਹਿਤੇ ਆਈ। ਭਾਈ ਇੰਨੀਆਂ ਲੱਕੜਾਂ ਕਿੱਥੋਂ ਆ ਗਈਆਂ ਇਕੱਠੀਆਂ? ਸੰਗਤ ਕੋ ਭਾ ਸੁਖ ਅਧਿਕਾਈ। ਜੋ ਸੰਗਤਾਂ ਨੂੰ ਬਹੁਤ ਵੱਡਾ ਸੁੱਖ ਮਿਲਿਆ ਹੈ। ਸਭ ਨੇ ਕਹਿਓ ਸਿੱਖ ਹੈ ਕੋਈ। ਸਾਰੇ ਕਹਿੰਦੇ ਜੀ ਆਪ ਜੀ ਦਾ ਕੋਈ ਸਿੱਖ ਹੈ। ਦੇਤ ਫਿਰਿਓ ਡੇਰਨ ਮਹਿ ਸੋਏ। ਜਿਹੜਾ ਸਾਰੇ ਡੇਰਿਆਂ ਵਿੱਚ ਇੱਕ ਪੰਡ ਲੱਕੜਾਂ ਦੀ ਦੇ ਕੇ ਗਿਆ। ਖੁਤੋ ਰਸੋਈਆ ਗੁਰ ਕੇ ਪਾਸ। ਉਸ ਸਮੇਂ ਗੁਰੂ ਘਰ ਦਾ ਲਾਂਗਰੀ ਵੀ ਗੁਰੂ ਸਾਹਿਬ ਦੇ ਕੋਲ ਸੀ। ਤੈਨ ਭੀ ਕਰੀ ਤਬੈ ਅਰਦਾਸ। ਉਹਨੇ ਵੀ ਉਸੇ ਸਮੇਂ ਬੇਨਤੀ ਕਰ ਦਿੱਤੀ। ਦੇਗ ਬਿਖੈ ਇੱਕ ਭਾਰ ਵਿਸਾਲਾ। ਮਹਾਰਾਜ ਰੋਜ਼ ਲੰਗਰ ਦੇ ਵਿੱਚ ਵੀ ਇੱਕ ਵੱਡੀ ਪੰਡ ਜਿਹੜੀ ਹੈ ਲੱਕੜਾਂ ਦੀ ਦੇਤ ਰਹਿਓ ਨਿਤ ਕੇਤਕ ਕਾਲਾ। ਕਿੰਨੇ ਸਮੇਂ ਤੋਂ ਮਹਾਰਾਜ ਉਹ ਰੋਜ਼ ਲਿਆ ਕੇ ਗੁਰੂ ਕੇ ਲੰਗਰ ਵਿੱਚ ਲੱਕੜਾਂ ਦੀ ਪੰਡ ਦਿੰਦਾ ਹੈ। ਸ੍ਰੀ ਗੁਰੂ ਰਾਮਦਾਸ ਸੁਖ ਖਾਨੀ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸੁੱਖਾਂ ਦੀ ਖਾਣ। ਸਭ ਸਿੱਖਨ ਮਹਿ ਤਬਹਿ ਬਖਾਨੀ। ਸਾਰੇ ਸਿੱਖਾਂ ਦੇ ਵਿੱਚ ਫਿਰ ਮਹਾਰਾਜ ਨੇ ਬਚਨ ਕਹੇ। ਖੋਜੋ ਸਿੱਖ ਸੋ ਲਿਆਵੋ ਜਾਏ। ਭਾਈ ਜਾਓ ਸਿੱਖ ਨੂੰ ਭਾਲੋ। ਭਾਲ ਕੇ ਜਿੱਥੇ ਵੀ ਆ ਸਾਡੇ ਕੋਲ ਲਿਆਵੋ ਜਾ ਕੇ। ਜਿਸਨੇ ਘਾਲੀ ਘਾਲ ਸੋ ਥਾਏ। ਜਿਹਨੇ ਭਾਈ ਕੇ ਘਾਲ ਘਾਲੀ ਹੈ, ਜਿਹਨੇ ਇਤੀ ਸੇਵਾ ਕੀਤੀ ਹੈ। ਜੋ ਮਨੋਰਥ ਹੈ ਤਿਸ ਕੇਰਾ। ਮਹਾਰਾਜ ਕਹਿੰਦੇ ਜਿਹੜਾ ਵੀ ਕੋਈ ਉਹਦਾ ਮਨੋਰਥ ਹੈ ਸੋ ਪੂਰਨ ਕਰ ਹੈ ਬਿਨ ਦੇਰਾ। ਉਹ ਭਾਈ ਬਿਨਾਂ ਦੇਰੀ ਤੋਂ ਪੂਰਨ ਕਰ ਦਿੰਦੇ ਹਾਂ। ਤਾਤ ਕਾਲ ਸਿੱਖਨ ਟੋਲਾਏ। ਤੁਰੰਤ ਸਮੇਂ ਸਿੱਖਾਂ ਨੇ ਭਾਲ ਕੀਤੀ। ਕਹਿਓ ਤੋਹੇ ਸਤਿਗੁਰੂ ਬੁਲਾਏ। ਉਹਨੂੰ ਜਾ ਕੇ ਕਿਹਾ ਭਾਈ ਗੁਰ ਸਿੱਖਾ ਤੈਨੂੰ ਗੁਰੂ ਸਾਹਿਬ ਜੀ ਬੁਲਾਉਂਦੇ ਆ। ਮਹਾਰਾਜ ਸੱਦਦੇ ਨੇ। ਗੁਰੂ ਮਹਾਰਾਜ ਨੇ ਤੈਨੂੰ ਬੁਲਾਇਆ ਹੈ। ਜੋ ਤੇਰੇ ਮਨ ਦਾ ਮਨੋਰਥ ਹੈ ਮਹਾਰਾਜ ਤੇਰੀ ਕੀਤੀ ਹੋਈ ਸੇਵਾ ਤੇ ਪ੍ਰਸੰਨ ਹੋਏ ਨੇ। ਸਾਧ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਮਹਾਰਾਜ ਦੇ ਕੋਲ ਉਹਨੂੰ ਲੈ ਕੇ ਆਏ ਤੇ ਸਤਿਗੁਰਾਂ ਨੇ ਕੀ ਕਿਰਪਾ ਕੀਤੀ। ਅਗਲਾ ਇਤਿਹਾਸ ਆਪਾਂ ਕੱਲ ਗੁਰਮੁਖੋਂ ਵਿਚਾਰਾਂਗੇ। ਹੁਣ ਸਮਾਪਤੀ ਦਾ ਸਮਾਂ ਹੈ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।